ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤ ਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਭੇ ਹੈ ਪ੍ਰਭੂ ਹੈ ਆਜੂ ਹੈ ਆਦੇਸ਼ ਹੈ ਅਭੇਸ਼ ਹੈ ਭੁਜੰਗ ਪਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਭੰਜੇ ਨਮਸਤਵੰ ਨਿਰਨਾਮੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਭੰਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤਿੰਨਾਂ ਦੀ ਬਾਣੀ ਜਾਪ ਸਾਹਿਬ ਵਿੱਚੋਂ 61 ਤੋਂ ਲੈ ਕੇ 65 ਤੱਕ ਸ਼ੰਤ ਸਰਵਣ ਕੀਤੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਬੜੇ ਬਖੂਬੀ ਢੰਗ ਨਾਲ ਇੱਕ ਪਾਸੇ ਉਹਦੇ ਦੀਦਾਰ ਕਰਕੇ ਇੱਕ ਪਾਸੇ ਸਾਡੇ ਸੰਸਾਰੀਆਂ ਨਾਲ ਉਹਦੀ ਤਸਵੀਰ ਲਫ਼ਜ਼ਾਂ ਵਿੱਚ ਕਹਿਣੀ, ਇਹ ਬੜਾ ਵੱਡਾ ਕਮਾਲ ਦਾ ਕ੍ਰਿਸ਼ਮਾ ਹੈ। ਕਿਉਂਕਿ ਜਿਹੜੇ ਲੋਕ ਬਹੁ ਗਿਣਤੀ ਵਿੱਚ ਅਕਾਲ ਪੁਰਖ ਦੇ ਸਾਹਮਣੇ ਸਨਮੁਖ ਹੋਏ, ਉਹਦੇ ਵਿੱਚੋਂ ਇੰਨਾ ਰਸ ਉਹਨਾਂ ਨੂੰ ਮਿਲਿਆ ਕਿ ਉਹ ਬੋਲਣ ਤੋਂ ਰਹਿ ਗਏ, ਉਹਨਾਂ ਕੋਲ ਲਫ਼ਜ਼ ਨਹੀਂ ਬਚੇ। ਗੂੰਗੇ ਦਾ ਗੁੜ ਹੋ ਗਿਆ ਉਹਨਾਂ ਵਾਸਤੇ। ਪਰ ਕੁਝ ਐਸੇ ਸਰੀਰ ਭਗਤ ਸਤਿਗੁਰੂ ਰਹੇ ਹਨ ਕਿ ਜਿਨ੍ਹਾਂ ਦੇ ਅੰਦਰ ਪਰ ਉਪਕਾਰ ਦੀ ਭਾਵਨਾ ਹੈ ਕਿ ਜੋ ਕੁਝ ਅਸੀਂ ਦੇਖਿਆ ਉਹ ਆਮ ਬੰਦੇ ਨੂੰ ਦੱਸਿਆ ਜਾਏ। ਉਹਨਾਂ ਦੀ ਭਾਸ਼ਾ ਵਿੱਚ ਸਤਿਗੁਰੂ ਅਕਾਲ ਪੁਰਖ ਦਾ ਸਰੂਪ ਇੱਥੇ ਬਿਆਨ ਕਰ ਰਹੇ ਨੇ। ਕਹਿੰਦੇ ਅਛੇਦੀ, ਛੇਦ ਕਹਿੰਦੇ ਨੇ ਛੇਕ ਕਰਨਾ, ਕਿਸੇ ਚੀਜ਼ ਵਿੱਚੋਂ ਸੁਰਾਖ ਕਰ ਦੇਣਾ। ਅਕਾਲ ਪੁਰਖ ਵਾਹਿਗੁਰੂ ਜੀਓ, ਤੁਸੀਂ ਅਛੇਦੀ ਹੋ, ਤੁਹਾਨੂੰ ਕੱਟਿਆ ਨਹੀਂ ਜਾ ਸਕਦਾ।
ਅਭੇਦੀ ਹੋ, ਤੁਹਾਨੂੰ ਭੇਦਿਆ ਨਹੀਂ ਜਾ ਸਕਦਾ, ਵਿੰਨਿਆ ਨਹੀਂ ਜਾ ਸਕਦਾ। ਅਭੇਦੀ ਦਾ ਮਤਲਬ ਤੁਹਾਡਾ ਭੇਦ ਨਹੀਂ ਅੱਜ ਤੱਕ ਕਿਸੇ ਨੂੰ ਮਿਲਿਆ। ਬੜੇ ਹੋਏ ਨੇ, ਕਿਸੇ ਨੇ ਤੁਹਾਡਾ ਭੇਦ ਨਹੀਂ ਲੱਭਿਆ। ਸੰਸਾਰ ਬਣਾਇਆ ਹੈ, ਬੜਿਆਂ ਨੇ ਸੰਸਾਰ ਦੀ ਵਿਆਖਿਆ ਕੀਤੀ, ਪਾਪ ਪੁੰਨ ਦੀ ਗੱਲ ਕੀਤੀ ਹੈ, ਧਰਮ ਅਧਰਮ ਦੀ ਕਥਾ ਚੱਲਦੀ ਹੈ, ਪਰ ਕਿਸੇ ਨੂੰ ਪੂਰੀ ਤਰ੍ਹਾਂ ਇਸ ਗੱਲ ਦੀ ਸਮਝ ਨਹੀਂ ਆਈ ਵੀ ਇਹ ਖੇਡ ਦੇ ਪਿੱਛੇ ਕਹਾਣੀ ਕੀ ਚੱਲ ਰਹੀ ਹੈ। ਬੜਿਆਂ ਨੇ ਯਤਨ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਜੇ ਮੇਰੀ ਕਰੋੜਾਂ ਸਾਲ ਵੀ ਉਮਰ ਹੋ ਜਾਏ ਤੇ ਮੈਂ ਰੋਟੀ ਦੀ ਥਾਂ ਤੇ ਪਵਨ ਨਾਲ ਸਾਰ ਲਵਾਂ, ਹਵਾ ਖਾ ਕੇ ਗੁਜ਼ਾਰਾ ਕਰਾਂ, ਅੰਦਰ ਬਹਿ ਕੇ ਖੋਜ ਕਰਦਾ ਰਵਾਂ, ਕਦੀ ਸੂਰਜ ਤੇ ਚੰਦਰਮਾ ਵੀ ਨਾ ਵੇਖਾਂ ਬਾਹਰ ਨਿਕਲ ਕੇ, ਕਦੀ ਨੀਂਦ ਵੀ ਨਾ ਲਵਾਂ, ਇੰਨੀ ਕਠਿਨ ਸਾਧਨਾ ਕਰਾਂ ਤੇਰੀ ਖੋਜ ਕਰਨ ਦੀ, ਕਦੀ ਸੁਪਨੇ ਵਿੱਚ ਵੀ ਨੀਂਦ ਨਾ ਆਵੇ। ਪਰ ਇਹ ਜਿਹੜਾ ਤੂੰ ਬਣਾਇਆ ਸਾਰਾ ਕੁਝ, ਇਹਦੀ ਕੀਮਤ ਲੱਭ ਜਾਏ ਮੁਮਕਿਨ ਨਹੀਂ ਹੈ, ਸਮਝ ਤੋਂ ਪਰੇ ਗੱਲ ਹੈ। ਕੋਟ ਕੋਟੀ ਮੇਰੀ ਆਰਜਾ, ਕੋਟ ਕੋਟੀ ਦਾ ਮਤਲਬ ਕਰੋੜਾਂ ਸਾਲ, ਆਰਜਾ ਦਾ ਅਰਥ ਹੈ ਉਮਰ। ਮੇਰੀ ਉਮਰ ਕਰੋੜਾਂ ਸਾਲ ਦੀ ਹੋ ਜਾਏ, ਇੰਨਾ ਚਿਰ ਜਿੰਦਾ ਰਵਾਂ। ਕਿਉਂਕਿ ਆਮ ਤੌਰ 'ਤੇ ਬੰਦੇ ਕੋਲ ਥੋੜ੍ਹੇ ਜਿਹੇ ਐਕਸਪੀਰੀਅੰਸ ਆਉਂਦੇ ਨੇ, ਤਜਰਬੇ ਆਉਂਦੇ ਨੇ 40-50 ਸਾਲਾਂ ਵਿੱਚ, 60-70 ਸਾਲ ਵਿੱਚ, ਇੰਨੇ ਚਿਰ ਨੂੰ ਮੌਤ ਆ ਜਾਂਦੀ। ਇੰਨੇ ਚਿਰ ਨੂੰ ਕੁਝ ਤਜਰਬੇ ਜ਼ਿੰਦਗੀ ਦੇ ਪੱਲੇ ਪੈਂਦੇ ਨੇ ਥੋੜ੍ਹੇ ਜਿਹੇ, ਅੱਗੋਂ ਸਰੀਰ ਜਵਾਬ ਦੇ ਜਾਂਦਾ। ਪਰ ਸਤਿਗੁਰੂ ਨੇ ਕਿਹਾ ਮੈਂ ਕਰੋੜਾਂ ਸਾਲ ਜਿੰਦਾ ਰਵਾਂ ਸਰੀਰਕ ਤੌਰ 'ਤੇ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਉ। ਪਵਨ ਕਹਿੰਦੇ ਨੇ ਹਵਾ ਨੂੰ, ਪੀਣ ਕਹਿੰਦੇ ਖਾਣਾ, ਅਪਿਆਉ ਦਾ ਮਤਲਬ ਖਾਣ ਪੀਣ ਦੀਆਂ ਚੀਜ਼ਾਂ। ਰੋਟੀ ਦੇ ਥਾਂ 'ਤੇ ਮੈਂ ਹਵਾ ਖਾ ਲਵਾਂ, ਭਾਵ ਇੰਨਾ ਵਿਅਸਤ ਰਵਾਂ ਤੇਰੀ ਖੋਜ ਕਰਨ ਵਿੱਚ ਵੀ ਰੋਟੀ ਖਾਣ ਦਾ ਸਮਾਂ ਵੀ ਨਾ ਮਿਲੇ। ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਗੁਫਾ ਵਿੱਚ ਬੈਠ ਕੇ, ਕਮਰੇ ਵਿੱਚ ਬੈਠ ਕੇ ਕਦੀ ਬਾਹਰ ਝਾਤੀ ਨਹੀਂ ਮਾਰੀ, ਸੂਰਜ ਚੜ੍ਹਿਆ ਕਿ ਚੰਦਰਮਾ, ਰਾਤ ਹੈ ਕਿ ਦਿਨ ਹੈ, ਦਿਨ ਰਾਤ ਅੰਦਰ ਮੈਂ ਸਾਧਨਾ ਹੀ ਕਰਦਾ ਰਵਾਂ, ਤੇਰੀ ਖੋਜ ਕਰਦਾ ਰਵਾਂ ਵੀ ਤੂੰ ਇਹ ਸਾਰਾ ਪਸਾਰਾ ਕਿਵੇਂ ਬਣਾਇਆ, ਤੇਰਾ ਭੇਤ ਲੈਣ ਦਾ ਯਤਨ ਕਰਾਂ। ਤਾਂ ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਉ, ਤੇ ਕਦੀ ਸੁਪਨੇ ਵਿੱਚ ਵੀ ਨੀਂਦ ਵੀ ਨਾ ਲਵਾਂ, ਲਗਾਤਾਰ ਜਾਗਦਾ ਰਵਾਂ। ਹੁਣ ਕਿੰਨੀ ਕਠਿਨ ਸਾਧਨਾ ਹੈ। ਵੀ ਤੇਰੀ ਕੀਮਤ ਨਾ ਪਵੇ, ਇਸ ਤਰ੍ਹਾਂ ਕਰਨ ਨਾਲ ਵੀ ਤੇਰੀ ਕੀਮਤ ਨਹੀਂ ਪੈ ਸਕਦੀ, ਤੇਰਾ ਭੇਦ ਨਹੀਂ ਲੱਭ ਸਕਦਾ, ਤੂੰ ਕੀ ਕਰਨਾ ਚਾਹੁੰਦਾ ਹੈ। ਕੋਈ ਨਹੀਂ ਜਾਣ ਸਕਦਾ ਤੇਰੀ ਅੰਦਰਲੀ ਕਹਾਣੀ ਨੂੰ, ਅੰਦਰਲੀ ਗੱਲ ਤੇਰੀ ਕੋਈ ਸਮਝ ਨਹੀਂ ਸਕਦਾ। ਇੱਕ ਸਿਰਫ ਤੇ ਸਿਰਫ ਇੱਕ ਭੇਦ ਗੁਰੂ ਨੇ ਦਿੱਤਾ, ਉਹਦਾ ਇੱਕੋ ਹੀ ਭੇਦ, ਇੱਕੋ ਰਮਜ਼ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਕਿ ਉਹਦਾ ਨਾਮ ਹੀ ਉਹਦੇ ਤੱਕ ਲੈ ਕੇ ਜਾ ਸਕਦਾ ਹੈ। ਇਹ ਸਭ ਤੋਂ ਵੱਡੀ ਰਮਜ਼ ਹੈ, ਹੋਰ ਕੋਈ ਰਮਜ਼ ਉਹਦੀ ਨਹੀਂ। ਸੰਸਾਰ ਬੜਿਆਂ ਨੇ ਭਵਿੱਖਬਾਣੀਆਂ ਕੀਤੀਆਂ ਨੇ, ਇਹ ਕੈਲੰਡਰ ਇੱਥੋਂ ਤੱਕ ਬਣਿਆ, ਅੱਗੋਂ ਤੇ ਧਰਤੀ ਖਤਮ ਹੋ ਜਾਣੀ, ਕੁਝ ਵੀ ਨਹੀਂ। ਬੜਿਆਂ ਨੇ ਜੋਤਿਸ਼ ਲਾਈ, ਟੇਵੇ ਲਾਏ, ਇੰਨੇ ਸੰਨ ਵਿੱਚ ਇਹ ਹੋਵੇਗਾ, ਇਸ ਤਰ੍ਹਾਂ ਹੋਵੇਗਾ, ਪਰ ਕਿਸੇ ਨੂੰ ਕੋਈ ਭੇਤ ਨਹੀਂ ਲੱਭਾ, ਕਿਉਂਕਿ ਉਹ ਤਬਦੀਲ ਵੀ ਕਰ ਦਿੰਦਾ। ਨਰ ਚਾਹਤ ਕਛ ਔਰੈ ਕੀ ਔਰੈ ਭਈ, ਬੰਦੇ ਦੀ ਸੋਚ ਸਮਝ ਉਹਦੇ ਫੈਸਲੇ ਨਹੀਂ ਕਰ ਸਕਦੀ। ਮੰਨ ਲਓ ਕਿਸੇ ਨੂੰ ਸਮਝ ਆ ਵੀ ਜਾਏ, ਕਿਸੇ ਨੂੰ ਪਤਾ ਲੱਗ ਵੀ ਜਾਏ ਕਿ ਆਉਣ ਵਾਲੇ 2 ਸਾਲਾਂ ਵਿੱਚ ਇਸ ਤਰ੍ਹਾਂ ਕਰੇਗਾ ਪ੍ਰਮਾਤਮਾ, ਤੇ ਉਹਦੀ ਮੌਜ ਆ ਗਈ ਤੇ ਉਹ ਚੇਂਜ ਵੀ ਤਾਂ ਕਰ ਸਕਦਾ, ਉਹਦੇ ਹੱਥਾਂ ਵਿੱਚ ਅਧਿਕਾਰ ਨੇ, ਬਦਲ ਵੀ ਦੇ, ਕੀ ਪਰਵਾਹ ਹੈ। ਸੂਰਜ ਪੂਰਬ ਵੱਲੋਂ ਚੜ੍ਹਦਾ ਕਿ ਪੱਛਮ ਵੱਲੋਂ ਚੜ੍ਹਾਦਾ, ਇਹ ਉਹਦੀ ਮਰਜ਼ੀ ਹੈ। ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਐਸੇ ਅਕਾਲ ਪੁਰਖ ਦੀ ਉਸਤਤ ਕਰਦੇ ਹੋਏ ਕਹਿੰਦੇ ਅਛੇਦੀ, ਤੇਰੇ ਅੰਦਰ ਜੋ ਕੁਝ ਹੈ ਕੋਈ ਛੇਦ ਕਰਕੇ ਉਹਨੂੰ ਜਾਣ ਨਹੀਂ ਸਕਿਆ ਅੱਜ ਤੱਕ।
ਜਿਹੜੇ ਗਏ ਵਿੱਚੇ ਲੀਨ ਹੋ ਗਏ, ਪਰਤ ਕੇ ਖਬਰ ਨਾ ਮਿਲੀ। ਅਛੇਦੀ, ਤੈਨੂੰ ਛੇਦਿਆ ਨਹੀਂ ਜਾ ਸਕਦਾ, ਤੈਨੂੰ ਵਿੰਨਿਆ ਨਹੀਂ ਜਾ ਸਕਦਾ, ਤੇਰੇ ਅੰਦਰਲਾ ਭੇਦ ਨਹੀਂ ਲਿਆ ਜਾ ਸਕਦਾ, ਕੱਟਿਆ ਨਹੀਂ ਜਾ ਸਕਦਾ ਤੈਨੂੰ। ਫਿਰ ਕਹਿੰਦੇ ਅਭੇਦੀ, ਤੇਰਾ ਭੇਦ ਕਿਸੇ ਕੋਲ ਨਹੀਂ। ਸਵਾਲ ਹੀ ਨਹੀਂ ਉਹਨੂੰ ਕੱਟਣ ਦਾ, ਕਿਉਂਕਿ ਜਿੰਨੇ ਸ਼ਸਤਰ ਬਣੇ ਨੇ ਸਾਰੇ ਆਕਾਰ ਵਾਲੇ ਨੇ। ਉਹ ਨਿਰਾਕਾਰ ਹੈ, ਜਿਨ੍ਹਾਂ ਦੇ ਵਿੱਚ ਉਹਦੀ ਜੋਤ ਪ੍ਰਗਟ ਹੋ ਗਈ। ਸੰਸਾਰ ਦੇ ਲੋਕਾਂ ਨੇ ਉਹਨਾਂ ਨੂੰ ਕੱਟ ਕੱਟ ਕੇ ਵੇਖਿਆ। ਜਿੰਨੇ ਸ਼ਹੀਦ ਹੋਏ ਨੇ ਉਹਨਾਂ ਨੂੰ ਕੱਟਿਆ ਕਿਉਂ ਗਿਆ? ਕਿ ਇਹਨਾਂ ਨੂੰ ਕੱਟ ਕੇ ਇਹਨਾਂ ਨੂੰ ਸਮਾਪਤ ਕਰ ਦਿੱਤਾ ਜਾਏ, ਪਰ ਉਹਨਾਂ ਦਾ ਸਰੀਰ ਕੱਟਿਆ ਗਿਆ, ਉਹ ਆਪ ਨਹੀਂ ਕੱਟੇ ਗਏ। ਇਸ ਕਰਕੇ ਕਹਿੰਦੇ ਅਛੇਦੀ ਹੈ, ਅਭੇਦੀ ਹੈ ਤੂੰ, ਅਨਾਮੰ, ਨਾਮ ਤੋਂ ਰਹਿਤ ਹੈ, ਤੇਰਾ ਕੋਈ ਨਾਮ ਨਹੀਂ। ਜਦ ਕਿ ਬਾਣੀ ਵਿੱਚ ਸਾਰੇ ਜਿਹੜੇ ਨਾਮ ਅਕਾਲ ਪੁਰਖ ਵਾਹਿਗੁਰੂ ਦੇ ਗਿਣੇ ਗਏ, ਨਾਮ ਤੋਂ ਬਿਨਾਂ ਧਰਮ ਦੀ ਯਾਤਰਾ ਨਹੀਂ ਹੁੰਦੀ। ਪਰ ਇੱਥੇ ਹਜ਼ੂਰ ਨੇ ਕਹਿ ਦਿੱਤਾ ਨਾਮ ਵੀ ਤੇਰਾ ਕੋਈ ਨਹੀਂ ਹੈ, ਅਨਾਮੰ, ਕੋਈ ਨਾਂ ਨਹੀਂ ਹੈ, ਕੋਈ ਨਾਮ ਨਹੀਂ। ਕਿਉਂਕਿ ਜਦੋਂ ਸਿਰੇ ਤੇ ਜਾਂਦਾ ਕੋਈ ਵਿਅਕਤੀ ਨਾਮ ਜਪਣ ਵਾਲਾ, ਉੱਥੇ ਜਾ ਕੇ ਕੋਈ ਨਾਮ ਨਹੀਂ ਬਚਦਾ। ਸਾਰੇ ਨਾਮ ਉਸ ਸਿਰੇ ਤੇ ਜਾ ਕੇ ਇਉਂ ਕਹੋ ਵੀ ਅੱਖਰ ਸਾਰੇ ਘੁਲ ਜਾਂਦੇ ਨੇ, ਉਹਨਾਂ ਦਾ ਸਰੂਪ ਬਦਲ ਜਾਂਦਾ, ਉਹਨਾਂ ਦਾ ਰੂਪ ਬਦਲ ਜਾਂਦਾ, ਕੋਈ ਉਹਦਾ ਨਾਮ ਨਹੀਂ, ਨਾਮ ਤੋਂ ਪਰੇ ਹੈ। ਫਿਰ ਅੱਗੇ ਉਹਦੀ ਸਤਿਗੁਰਾਂ ਨੇ ਜਿਹੜੀ ਸਥਿਤੀ ਵੇਖੀ, ਕਲਗੀਆਂ ਵਾਲੇ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਅਕਾਮੰ, ਤੇਰੇ ਵਿੱਚ ਕਾਮਨਾ ਕੋਈ ਨਹੀਂ ਹੈ। ਨਹੀਂ ਤੇ ਆਮ ਸੰਸਾਰ ਜਿਹੜਾ ਕਾਮਨਾ ਨਾਲ ਭਰਿਆ ਹੋਇਆ ਹੈ। ਆਮ ਸਾਡਾ ਜੀਵਨ ਜਿਹੜਾ ਕੱਲ ਤੇ ਖੜਾ ਹੈ, ਕੱਲ ਕੀ ਹੋਵੇਗਾ, ਅਗਲੇ ਸਾਲ ਕੀ ਹੋਵੇਗਾ, ਕਾਮਨਾ ਗ੍ਰਸਤ ਹੈ, ਵਾਸ਼ਨਾ ਗ੍ਰਸਤ ਹੈ। ਰੱਬ ਦਾ ਇੱਕ ਸੁਭਾਅ ਹੈ, ਉਹਦੇ ਵਿੱਚ ਕੋਈ ਕਾਮਨਾ ਨਹੀਂ, ਕੁਝ ਪ੍ਰਾਪਤ ਕਰਨ ਦੀ ਇੱਛਾ ਨਹੀਂ, ਖਿਆਲ ਕਰਨ। ਇਹ ਬੜਾ ਵੱਡਾ ਨੁਕਤਾ ਹੈ। ਉਹਦੇ ਅੰਦਰ ਪ੍ਰਾਪਤ ਕਰਨ ਦੀ ਕੋਈ ਲਾਲਸਾ ਨਹੀਂ ਕਿ ਮੇਰਾ ਇੱਕ ਵੱਡਾ ਗੁਰਦੁਆਰਾ ਬਣੇਗਾ, ਕਿ ਇੰਨੇ ਲੱਖ ਬੰਦਾ ਮੇਰੇ ਅੱਗੇ ਝੁਕੇਗਾ, ਕਿ ਮੇਰੀ ਕਥਾ ਹੋਵੇਗੀ, ਕਿ ਮੇਰਾ ਕੀਰਤਨ ਹੋਵੇਗਾ। ਇਹਦੀ ਕੋਈ ਲਾਲਸਾ ਨਹੀਂ, ਕੋਈ ਕਾਮਨਾ ਨਹੀਂ ਕਿ ਲੋਕ ਕਹਿਣਗੇ ਵੀ ਰੱਬ ਨੇ ਸਾਨੂੰ ਇਹ ਦਿੱਤਾ, ਇਹਦੀ ਕੋਈ ਇੱਛਾ ਨਹੀਂ। ਉਹ ਕੁਝ ਬਣਨਾ ਨਹੀਂ ਚਾਹੁੰਦਾ। ਇਸ ਕਰਕੇ ਜਿਹੜੇ ਸਾਧਕ ਲੋਕ, ਜਿਹੜੇ ਧਰਮੀ ਲੋਕ ਧਰਮ ਦੇ ਮਾਰਗ ਤੇ ਤੁਰ ਕੇ ਸਾਧਨਾ ਕਰਦੇ ਨੇ, ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਤਪੱਸਿਆ ਕਰਦੇ ਨੇ, ਉਹਨਾਂ ਵਿੱਚ ਜਦੋਂ ਇਹ ਲਾਲਸਾ ਪੱਕੀ ਹੋ ਜਾਂਦੀ, ਮੈਂ ਕੁਝ ਬਣਨਾ ਹੈ, ਮੈਂ ਇਹ ਕੰਮ ਕਰਕੇ ਕੁਝ ਬਣ ਕੇ ਵਿਖਾਉਣਾ ਸੰਸਾਰ ਨੂੰ, ਮੈਂ ਐਡਾ ਵੱਡਾ ਤਪੀਸਰ, ਇੰਨਾ ਵੱਡਾ ਜਪੀ, ਇੰਨਾ ਵੱਡਾ ਤਪੀ, ਇੰਨੀਆਂ ਮੇਰੇ ਕੋਲ ਰਿੱਧੀਆਂ ਸਿੱਧੀਆਂ, ਲੋਕ ਇੰਨੇ ਮੈਨੂੰ ਮੰਨਦੇ ਨੇ, ਮੈਂ ਇਸ ਕੁਝ ਕਰ ਸਕਣਾ। ਜਿਸ ਧਾਰਮਿਕ ਸਾਧਕ ਵਿੱਚ ਇਹ ਲਾਲਸਾ ਪੈਦਾ ਹੋ ਜਾਏਗੀ, ਉਹਦਾ ਜੋੜ ਕਦੀ ਅਕਾਲ ਪੁਰਖ ਨਾਲ ਨਹੀਂ ਪੈ ਸਕਦਾ, ਕਿਉਂਕਿ ਉਹਦੇ ਵਿੱਚ ਇਹ ਦਸ਼ਾ ਹੈ ਹੀ ਨਹੀਂ, ਉਹ ਇਹਨੂੰ ਪਸੰਦ ਹੀ ਨਹੀਂ ਕਰਦਾ। ਉਹ ਤੇ ਆਪਣੇ ਆਪ ਨੂੰ ਗਵਾਉਣ ਦੀ ਦਸ਼ਾ ਹੈ, ਆਪਣੇ ਆਪ ਨੂੰ ਬਣਾਉਣ ਦੀ ਨਹੀਂ। ਆਪ ਗਵਾਈਐ ਤਾਂ ਸਹੁ ਪਾਈਐ, ਅਵਰ ਕੈਸੀ ਚਤੁਰਾਈ। ਪਰ ਧਾਰਮਿਕ ਬੰਦੇ ਤੇ ਕੁਝ ਬਣਨਾ ਚਾਹੁੰਦੇ ਨੇ। ਫਰਕ ਕੀ ਪਿਆ? ਇੱਕ ਰਾਜਨੀਤਿਕ ਹੈ, ਉਹਦੀ ਤੇ ਮਜਬੂਰੀ ਹੈ, ਉਹਦਾ ਤੇ ਵਿਸ਼ਾ ਹੀ ਬਣਨਾ ਹੈ, ਉਹਦੀ ਲਾਲਸਾ ਸਿੱਧੀ ਹੈ ਕਿ ਮੈਂ ਇਲੈਕਸ਼ਨ ਦੇ ਵਿੱਚੋਂ ਇੱਥੇ ਬਣਨਾ ਹੈ, ਸਰਪੰਚ ਬਣਨਾ ਹੈ, ਮੈਂਬਰ ਬਣਨਾ, ਜਾਂ ਜ਼ਿਲ੍ਹਾ ਪਰਿਸ਼ਦ ਵਿੱਚ ਬਣਨਾ, ਜਾਂ ਕਿਤੇ ਵੀ ਹੈ, ਉਹਦੀ ਤੇ ਇੱਛਾ ਹੈ ਕਿਸੇ ਅਹੁਦੇ ਨੂੰ ਪਾਉਣ ਦੀ। ਹੁਣ ਇੱਕ ਬੰਦਾ ਧਾਰਮਿਕ ਹੈ, ਉਹ ਭਾਵੇਂ ਇਲੈਕਸ਼ਨ ਵਿੱਚ ਨਹੀਂ ਖੜਾ, ਇੱਛਾ ਤੇ ਉਹਦੀ ਵੀ ਬਣਨ ਦੀ ਹੋ ਗਈ ਨਾ ਕੁਝ, ਭਾਵੇਂ ਉਹ ਧਰਮ ਵਿੱਚ ਹੀ ਕੁਝ ਬਣਨਾ ਚਾਹੁੰਦਾ। ਫਰਕ ਕੀ ਪਿਆ? ਇਹਨੂੰ ਕਹਿੰਦੇ ਬਈ ਬੋਤਲ ਬਦਲ ਗਈ, ਸ਼ਰਾਬ ਨਹੀਂ ਬਦਲੀ ਵਿੱਚੋਂ, ਬਾਹਰਲਾ ਹਿੱਸਾ ਬਦਲ ਗਿਆ। ਉਹ ਵੀ ਕੁਝ ਬਣਨਾ ਚਾਹੁੰਦੇ, ਅਸੀਂ ਵੀ ਕੁਝ ਬਣਨਾ ਚਾਹੁੰਦੇ,
ਇਹਨੂੰ ਕਹਿੰਦੇ ਵੀ ਬੋਤਲ ਦੇ ਉੱਤੇ ਲੱਗਾ ਹੋਇਆ ਲੇਬਲ, ਜਿਹਦੇ ਉੱਤੇ ਕੁਝ ਲਿਖਿਆ ਹੁੰਦਾ, ਉਹ ਕਾਗਜ਼ ਦੂਜਾ ਲਾ ਕੇ ਤੇ ਹੋਰ ਚਿਪਕਾ ਦਿੱਤਾ, ਪਰ ਬੋਤਲ ਤੇ ਨਹੀਂ ਬਦਲੀ, ਵਿਚਲੀ ਸ਼ਰਾਬ ਤੇ ਕੋਈ ਨਹੀਂ ਬਦਲੀ, ਵਿਚਲੀ ਧਾਰਨਾ ਤੇ ਉਹ ਹੀ ਰਹੀ, ਵਿਚਲੀ ਸੋਚ ਤੇ ਉਹ ਹੀ ਬਣੀ ਰਹੀ। ਕੱਪੜੇ ਬਦਲ ਗਏ, ਕੱਪੜੇ ਬਦਲ ਗਏ, ਪੱਗ ਦਾ ਰੰਗ ਬਦਲ ਗਿਆ, ਕੱਪੜੇ ਲੰਬੇ ਹੋ ਗਏ, ਗੇਰੂਏ ਪਾ ਲਏ, ਸਫੇਦ ਪਾ ਲਏ, ਨੀਲੇ ਪਾ ਲਏ, ਬੋਤਲ ਦਾ ਲੇਬਲ ਬਦਲ ਗਿਆ, ਵਿੱਚੋਂ ਵਿਚਲੀ ਸ਼ਰਾਬ ਨਹੀਂ ਬਦਲੀ। ਬੰਦਾ ਸੰਸਾਰੀ ਤੋਂ ਧਾਰਮਿਕ ਤੇ ਅਖਵਾਉਣ ਲੱਗ ਪਿਆ। ਜਿਹੜੀ ਲਾਲਸਾ ਧਾਰਮਿਕ ਸੰਸਾਰੀ ਦੀ ਸੀ, ਉਹ ਧਾਰਮਿਕ ਵਿੱਚ ਬਣ ਗਈ। ਉਧਰ ਉਹ MLA ਬਣਨਾ ਚਾਹੁੰਦਾ ਹੈ, ਇੱਧਰ ਇਹ ਵੱਡਾ ਸੇਵਾਦਾਰ ਬਣਨਾ ਅਖਵਾਉਣਾ ਚਾਹੁੰਦਾ ਹੈ, ਵੱਡਾ ਕਲਾਕਾਰ ਅਖਵਾਉਣਾ ਚਾਹੁੰਦਾ। ਬਿਮਾਰੀ ਇੱਕੋ ਹੀ ਹੈ ਦੋਵਾਂ ਦੀ। ਇਸ ਕਰਕੇ ਰਾਜਨੀਤਿਕ ਤੇ ਦੁਖੀ ਹੈ ਹੀ, ਧਾਰਮਿਕ ਵੀ ਦੁਖੀ ਹੈ। ਉਹਦਾ ਕਾਰਨ ਰੋਗ ਦੋਵਾਂ ਨੂੰ ਇੱਕੋ ਹੈ, ਬਿਮਾਰੀ ਦੋਵਾਂ ਦੀ ਇੱਕੋ ਹੈ। ਜਿੰਨਾ ਚਿਰ ਧਰਮ ਦਾ ਮਾਰਗ ਵੱਖਰਾ ਹੈ, ਧਰਮ ਦਾ ਮਾਰਗ ਉਸ ਤਰ੍ਹਾਂ ਦਾ ਨਹੀਂ। ਜਿਹੜੀਆਂ ਚੀਜ਼ਾਂ ਸੰਸਾਰ ਵਿੱਚ ਅਸੀਂ ਪ੍ਰਾਪਤ ਕਰਨੀਆਂ ਨੇ, ਬੁੱਧੀ ਦੇ ਸਹਾਰੇ 'ਤੇ ਨੇ। ਭਾਵੇਂ ਕਿਸਮਤ ਵੀ ਵਿੱਚ ਕੰਮ ਕਰਦੀ, ਪਰ ਸੋਚਣਾ, ਚਲਾਕੀ ਦੀ ਵਰਤੋਂ ਕਰਨੀ, ਅੱਗੇ ਪਿੱਛੇ ਗੱਲ ਕਰਨੀ, ਇਹ ਕੰਮ ਕਰਦਾ ਤੇ ਤਾਂ ਸੰਸਾਰ ਵਿੱਚ, ਬਾਜ਼ਾਰ ਵਿੱਚ, ਮਾਰਕੀਟ ਵਿੱਚ ਬੰਦਾ ਚੱਲਦਾ। ਪਰ ਗਲਤੀ ਕੀ ਕੀਤੀ ਇਨਸਾਨ ਨੇ? ਉਹਨੇ ਸੋਚਿਆ ਵੀ ਬਾਜ਼ਾਰ ਵਿੱਚ ਇਸ ਬੁੱਧੀ ਨਾਲ ਕਾਮਯਾਬ ਹੋ ਗਿਆ ਸੀ, ਹੁਣ ਗੁਰੂ ਕੋਲ ਵੀ ਇਹਦੇ ਨਾਲ ਹੀ ਹੋਣਾ ਹੈ। ਚਲਾਕੀ ਨਾਲ, ਸਿਆਣਪ ਨਾਲ, ਚਤੁਰਾਈ ਨਾਲ, ਆਪਣੇ ਜ਼ੋਰ ਨਾਲ। ਸਿੱਖੀ ਇਹਦੇ ਨਾਲ ਸਹਿਮਤ ਹੈ ਨਹੀਂ, ਬਿਲਕੁਲ ਇਹਦੇ ਨਾਲ ਸਿੱਖੀ ਦਾ ਕੋਈ ਸੰਬੰਧ ਨਹੀਂ। ਔਰ ਗੁਰੂ ਸਾਹਿਬ ਨੇ ਕਿਹਾ ਇਹ ਤੇ ਪਾਣੀ ਤੋਂ ਬਿਨਾਂ ਡੁੱਬਣ ਵਾਲੀ ਗੱਲ ਹੈ। ਕੋਈ ਪਾਣੀ ਵਿੱਚ ਡੁੱਬੇ, ਕੋਈ ਸੰਸਾਰੀ ਹੋ ਜਾਏ, ਕੋਈ ਵਿਕਾਰੀ ਹੋ ਜਾਏ, ਕੋਈ ਕ੍ਰੋਧੀ ਹੋ ਜਾਏ, ਉਹ ਤੇ ਡੁੱਬੇ ਤਾਂ ਫੱਬਦਾ ਹੈ, ਕਿਉਂਕਿ ਪਾਣੀ ਸੀ, ਫਲੱਡ ਵਿੱਚ ਸੀ, ਹੜ੍ਹ ਵਿੱਚ ਸੀ, ਡੁੱਬ ਗਿਆ। ਪਰ ਇਹ ਤਾਂ ਰੜੇ ਵਿੱਚ ਹੀ ਡੁੱਬ ਗਏ, ਪਾਣੀ ਹੈ ਵੀ ਨਹੀਂ ਸੀ। ਬਿਨਾਂ ਪਾਣੀ ਤੋਂ ਡੁੱਬਣਾ, ਮਨਮੁਖ ਡੂਬ ਮੁਵੇ ਬਿਨ ਪਾਣੀ, ਪਾਣੀ ਤੋਂ ਬਿਨਾਂ ਹੀ ਡੁੱਬ ਗਏ, ਡੁੱਬਣ ਦਾ ਕੋਈ ਸਾਧਨ ਵੀ ਨਹੀਂ ਸੀ। ਤਾਂ ਜੇ ਇਸ ਰਾਹ 'ਤੇ ਗੁਰੂ ਦੀ ਮੱਤ 'ਤੇ ਤੁਰਨਾ ਹੈ, ਉੱਥੇ ਸੰਸਾਰ ਵਾਲੀ ਮੱਤ ਕੰਮ ਨਹੀਂ ਦਿੰਦੀ। ਉੱਥੇ ਸਾਰੇ ਧਾਰਨਾ ਉਲਟੀ ਹੈ, ਉੱਥੇ ਚੀਜ਼ਾਂ ਕੰਮ ਨਹੀਂ ਕਰਦੀਆਂ। ਤਾਂ ਬੇਨਤੀ ਕਰ ਰਿਹਾ ਸੀ, ਇੱਧਰ ਬਣਨ ਦੀ ਬਿਰਤੀ ਰਸਤੇ ਵਿੱਚ ਰੋੜਾ ਹੈ। ਧਰਮ ਦੇ ਮਾਰਗ ਵਿੱਚ ਗੁਰੂ ਸਾਹਿਬ ਨੇ ਬਣਨ ਦਾ ਇਸ਼ਾਰਾ ਨਹੀਂ ਕੀਤਾ, ਕਹਿੰਦੇ ਮਿਟਣ ਦੀ ਜਾਚ ਸਿੱਖ ਲੈ। ਆਪਣੇ ਆਪ ਨੂੰ ਜਿੰਨਾ ਤੂੰ ਘੋਲਦਾ, ਹਉ ਘੋਲੀ ਜਿਉ ਘੋਲ ਘੁਮਾਈ, ਤੁਸੀਂ ਪੜ੍ਹੋਗੇ ਸ਼ਬਦ ਵਾਰ-ਵਾਰ। ਇਹ ਘੋਲਣ ਦਾ ਅਰਥ ਕੀ ਹੈ? ਹਉ ਘੋਲੀ ਜਿਉ ਘੋਲ ਘੁਮਾਈ, ਤੇ ਸੱਚੇ ਗੁਰ ਦਰਬਾਰੇ ਜੀਓ, ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨੇ। ਘੋਲਣ ਦਾ ਕੀ ਮਤਲਬ ਹੈ? ਘੋਲਣ ਦਾ ਮਤਲਬ ਹੈ ਕਿ ਪਾਣੀ ਦੇ ਵਿੱਚ ਖੰਡ ਪਾਈ, ਜਦੋਂ ਪਾਈ ਸੀ ਉਦੋਂ ਖੰਡ ਦਾ ਸਰੂਪ ਸੀ, ਟੁਕੜੇ ਸਨ, ਖਰਬੀ ਸੀ, ਛੋਟੇ ਛੋਟੇ ਟੁਕੜੇ ਸਨ ਉਹਦੇ। ਪਰ ਜਦੋਂ ਉਸ ਚੀਨੀ ਨੂੰ, ਉਸ ਸ਼ੂਗਰ ਨੂੰ ਉਸ ਪਾਣੀ ਦੇ ਵਿੱਚ ਪਾਇਆ, ਥੋੜ੍ਹੇ ਚਿਰ ਬਾਅਦ ਉਹ ਵਿੱਚ ਘੁਲ ਗਈ। ਹੁਣ ਤੁਸੀਂ ਉੱਥੋਂ ਲੱਭਣ ਜਾਓ, ਉਂਗਲ ਨਾਲ ਫੜ ਕੇ, ਉਹ ਚੀਨੀ ਉੱਥੋਂ ਮਿਲੇਗੀ ਨਹੀਂ, ਵਿੱਚ ਘੁਲ ਗਈ। ਹਉ ਘੋਲੀ ਜੀ ਉਹ ਘੋਲ ਘੁਮਾਈ। ਗੁਰੂ ਕਾ ਸ਼ਬਦ ਪਾਣੀ ਹੈ, ਸਿੱਖ ਦਾ ਮਨ ਚੀਨੀ ਵਰਗਾ ਹੈ। ਉਹਨੇ ਸ਼ਬਦ ਦੇ ਪਾਣੀ ਵਿੱਚ ਮਨ ਪਾਉਣਾ। ਜੇ ਮਨ ਬਚ ਗਿਆ ਫਿਰ ਉਹ ਰਬੜ ਦੀ ਖੰਡ ਹੋਏਗੀ, ਫਿਰ ਤੇ ਬਣਿਆ ਹੀ ਕੁਝ ਨਾ। ਪਾਣੀ ਨੇ ਉਹਨੂੰ ਪਿਘਲਾਇਆ ਹੀ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ ਸੀ ਕਿ ਇਹ ਸਭ ਕੁਝ ਅਸੀਂ ਕਰਨੇ ਆ, ਸਾਡੀ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਹੋਈ। ਸਤਿਗੁਰੂ ਨੇ 2 ਬਰਤਨ ਮੰਗਾਏ ਖੁੱਲ੍ਹੇ ਮੈਦਾਨ ਵਿੱਚ। ਸਿੱਖਾਂ ਦੇ ਸਵਾਲ ਦਾ ਜਵਾਬ ਦੇਣਾ ਸੀ। ਅਸੀਂ ਕਰਨੇ ਆ, ਹੁੰਦਾ ਨਹੀਂ। ਗੱਲ ਇਹ ਹੈ
ਬੰਦਾ ਠੀਕ ਕਰਦਾ ਹੀ ਨਹੀਂ, ਜਿਵੇਂ ਕਰਨਾ ਉਸ ਤਰ੍ਹਾਂ ਨਹੀਂ ਕਰਦਾ, ਆਪਣੀ ਮਨਮਰਜ਼ੀ ਕਰਦਾ ਹੈ। ਧਰਮ ਵਿੱਚ ਵੀ ਮਨ ਮਤ ਹੈ। ਮੈਂ ਇੱਕ ਬੇਨਤੀ ਕਰਾਂ, ਚੰਗੀ ਗੱਲ ਹੈ ਕਿ ਇਹ ਕੱਪੜੇ ਪਾ ਲਏ, ਇਹ ਮਾੜੀ ਨਹੀਂ। 5 ਕਕਾਰ, ਕਿਸੇ ਨੇ ਜਨੇਊ, ਕਿਸੇ ਨੇ ਸੁੰਨਤ, ਕਿਸੇ ਨੇ ਪੀਲੇ, ਕਿਸੇ ਨੇ ਨੀਲੇ, ਚੰਗੀ ਗੱਲ ਹੈ। ਪਰ ਇਹਨੂੰ ਗੁਰਮਤ ਕਹਿ ਦੇਣਾ ਜ਼ਿੰਦਗੀ ਦਾ ਬੜਾ ਵੱਡਾ ਭੁਲੇਖਾ ਹੈ, ਕਿਤੇ ਇੱਥੇ ਨਾ ਫਸ ਜਾਣਾ। ਇਹ ਗੁਰਮਤ ਦਾ ਬਾਹਰਲਾ ਹਿੱਸਾ ਹੈ, ਗੁਰਮਤ ਹੈ ਨਹੀਂ ਇਹ। ਗੁਰਮਤ ਹੋਰ ਕੋਈ ਚੀਜ਼ ਹੈ। ਗੁਰੂ ਰਾਮਦਾਸ ਜੀ ਨੂੰ ਪੁੱਛ ਕੇ ਵੇਖੋ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ। ਗੁਰਮਤ ਹੈ ਕੀ ਹੈ? ਹਰ ਨੇਚਲ ਹਰ ਧਨ ਪੱਲੇ ਜੀਓ। ਅਸੀਂ ਤਾਂ ਇਹਨੂੰ ਗੁਰਮਤ ਕਹਿ ਦਿੱਤਾ। ਗੁਰਮਤ ਇਹ ਹੈ, ਅਸੀਂ ਗੁਰਮਤਾ ਕਰਨਾ ਹੈ। ਤੇ ਨਾਮ ਤਾਂ ਹੈ ਨਹੀਂ ਤੇ ਗੁਰਮਤਾ ਕਿੱਥੋਂ ਕਰਨਾ ਹੈ? ਕੌਣ ਕਰੇਗਾ ਗੁਰਮਤਾ? ਗੁਰਮਤ ਦੇ ਅਰਥ ਅਸੀਂ ਸਮਝੇ ਹੀ ਕੋਈ ਨਹੀਂ, ਉਹ ਹੋਰ ਕੋਈ ਚੀਜ਼ ਹੈ। ਅਸੀਂ ਇਹਨੂੰ ਗੁਰਮਤ ਕਹਿ ਦਿੱਤਾ, ਪਾਲਿਸ਼ ਕਰ ਲਈ ਉੱਤੇ ਗੁਰਮਤ ਦੀ, ਹੈ ਤਾਂ ਮਨਮਤ ਸੀ। ਜੇ ਸਿੱਖ ਦਾ ਜੀਵਨ ਸੁਰਤ ਸ਼ਬਦ ਤੋਂ ਖਾਲੀ ਹੈ, ਨਾਮ ਤੋਂ ਖਾਲੀ ਹੈ, ਤਾਂ ਉਹਨੇ ਸਿਰਫ ਆਪਣੇ ਜੀਵਨ ਦੇ ਉੱਤੇ ਲੇਬਲ ਹੀ ਚਮਕਾਇਆ ਗੁਰਮਤ ਦਾ। ਗੁਰਮਤ ਉਹਦੇ ਕੋਲ ਹੈ ਕੋਈ ਨਹੀਂ, ਲਾ ਦੇਣਾ ਚਾਹੀਦਾ ਉਹਨੂੰ। ਜੇ ਸਿੱਖ ਕੋਲ ਅੰਮ੍ਰਿਤ ਵੇਲਾ ਨਹੀਂ, ਨਾਮ ਦਾ ਬਾਣੀ ਦਾ ਅਭਿਆਸ ਨਹੀਂ, ਜਪਦਾ ਨਹੀਂ, ਉਹਨੂੰ ਉਹ ਕੋਈ ਗੁਰਮਤ ਨਹੀਂ ਹੈ, ਉਹ ਅਸੀਂ ਆਪ ਬਣਾਈ ਹੈ। ਤਾਂ ਕਲਗੀਧਰ ਪਾਤਸ਼ਾਹ ਨੂੰ ਕੁਝ ਜਗਿਆਸੂਆਂ ਨੇ ਕਿਹਾ, ਅਸੀਂ ਵੀ ਗੁਰਮਤੀਏ ਹਾਂ, ਵੇਖੋ ਅਸੀਂ ਵੀ ਉਹ ਲਿਬਾਸ ਪਾ ਲਿਆ ਜਿਹੜਾ ਤੁਸੀਂ ਦਿੱਤਾ ਹੈ, ਅਸੀਂ ਵੀ ਪੂਰਾ ਦੁਮਾਲਾ ਸਜਾਇਆ ਹੈ, ਅਸੀਂ ਵੀ ਪੂਰੇ ਕਕਾਰ ਪਾਏ ਨੇ, ਗੁਰਮਤ ਸਾਡੇ ਕੋਲ ਹੈ। ਤੁਸੀਂ ਕਹਿੰਦੇ ਹੋ ਗੁਰਮਤ ਵਿੱਚ ਬਾਣੀ ਪੜ੍ਹਿਆ ਬੰਦੇ ਨੂੰ ਰਸ ਆਉਂਦਾ, ਆਦਮੀ ਦਾ ਮਨ ਸ਼ਾਂਤ ਹੁੰਦਾ, ਉਹਦੇ ਮਨ ਦੇ ਅੰਦਰ ਇੱਕ ਆਨੰਦ ਦੀ ਸਥਿਤੀ ਬਣਦੀ। ਪਰ ਇੱਥੇ ਕੁਝ ਵੀ ਨਹੀਂ। ਹਜ਼ੂਰ ਨੇ 2 ਬਰਤਨ ਮੰਗਾਏ, ਪਾਣੀ ਪਵਾ ਦਿੱਤਾ ਗਿਆ ਦੋਵਾਂ ਵਿੱਚ। ਕੋਲ ਪਏ ਸਨ ਪੱਕੇ ਰੋੜੇ, ਹੱਥ ਨਾਲ ਫੜ ਕੇ ਕਿਹਾ ਇਸ ਰੋੜੇ ਨੂੰ ਇੱਕ ਘੜੇ ਵਿੱਚ, ਇੱਕ ਬਰਤਨ ਵਿੱਚ ਪਾ ਦਿਓ। ਦੂਜੇ ਹੱਥ ਨਾਲ ਇੱਕ ਕੱਚਾ ਰੋੜਾ ਫੜਿਆ ਮਿੱਟੀ ਦਾ, ਉਹ ਦੂਜੇ ਵਿੱਚ ਪਾ ਦਿੱਤਾ। ਕਹਿਣ ਲੱਗੇ ਥੋੜ੍ਹਾ ਚਿਰ ਤੁਸੀਂ ਬਾਣੀ ਪੜ੍ਹੋ, ਫਿਰ ਵੇਖਾਂਗੇ। ਜਦੋਂ ਅੱਧੇ ਘੰਟੇ ਬਾਅਦ ਇੱਕ ਸਿੱਖ ਨੂੰ ਕਿਹਾ ਵੀ ਦੋਵਾਂ ਘੜਿਆਂ ਦੇ ਵਿੱਚੋਂ ਦੋਵੇਂ ਰੋੜੇ ਕੱਢ ਕੇ ਲਿਆ ਜਿਹੜੇ ਪਾਏ ਸਨ ਪਾਣੀ ਵਿੱਚ। ਉਹ ਕੱਢਣ ਗਿਆ, ਜਿਹੜਾ ਕੱਚਾ ਸੀ ਉਹ ਘੁਲ ਗਿਆ, ਨਰਮ ਸੀ ਜਿਹੜਾ ਸਖਤ ਸੀ ਉਸੇ ਤਰ੍ਹਾਂ ਨਿਕਲ ਆਇਆ। ਹਜ਼ੂਰ ਨੇ ਕਿਹਾ ਵੀ ਇਹ ਕੀ ਗੱਲ ਬਣੀ? ਘੜੇ ਵੀ ਇੱਕੋ ਜਿਹੇ ਸਨ, ਪਾਣੀ ਵੀ ਇੱਕੋ ਜਿਹਾ ਸੀ, ਰੋੜੇ ਪਾਏ ਵੀ ਇੱਕੋ ਸਮੇਂ ਨੇ, ਬਣੇ ਵੀ ਇੱਕੋ ਮਿੱਟੀ ਦੇ ਨੇ, ਇੱਕ ਘੁਲ ਗਿਆ ਤੇ ਦੂਜਾ ਕਿਉਂ ਨਹੀਂ ਘੁਲਿਆ? ਕਹਿਣ ਲੱਗੇ ਮਹਾਰਾਜ ਉਹ ਤੇ ਪੱਥਰ ਹੈ, ਉਹ ਤੇ ਸਖਤ ਹੈ, ਤੇ ਘੁਲਣ ਵਾਸਤੇ ਤਿਆਰ ਹੀ ਨਹੀਂ, ਉਹਦੀ ਸਥਿਤੀ ਠੀਕ ਨਹੀਂ ਹੈ। ਹਜ਼ੂਰ ਨੇ ਕਿਹਾ ਬਸ ਬਾਣੀ ਦਾ ਵੀ ਇਹੀ ਕੰਮ ਹੈ। ਅਸੀਂ ਬਾਣੀ ਕੋਲ ਜਾਂਦੇ ਹਾਂ, ਅਸੀਂ ਇੰਨੇ ਪੱਕੇ ਹੋ ਗਏ, ਅਸੀਂ ਇੰਨੇ ਕੱਟੜ ਹੋ ਗਏ ਵੀ ਬਾਣੀ ਦੇ ਵਿੱਚ ਵੀ ਘੁਲਣ ਨੂੰ ਤਿਆਰ ਨਹੀਂ, ਇੰਨੇ ਸਖਤ ਹੋ ਗਏ। ਕੁਝ ਨਾ ਕੁਝ ਤੇ ਸਿੱਖ ਕੱਚਾ ਵੀ ਹੋਵੇ ਨਾ, ਕੱਚਾ ਹੋਵੇ। ਮੇਰੀ ਸਮਝ ਵਿੱਚ ਇੰਝ ਆਇਆ ਵੀ ਗੁਰੂ ਕਿਤੇ ਕੱਚਿਆਂ ਨੂੰ ਪਹਿਲਾਂ ਪ੍ਰਵਾਨ ਕਰ ਲੈ, ਬਹੁਤੇ ਪੱਕਿਆਂ ਨੂੰ ਕਵੇ ਤੁਸੀਂ ਜਾਓ, ਕਿਉਂਕਿ ਪੱਕੇ ਬਹੁਤੇ ਹੋ ਗਏ, ਬਹੁਤੇ ਪੱਕੇ ਨੇ, ਬਹੁਤੇ ਮਰਿਆਦਕ, ਬਹੁਤੇ ਸਖਤ। 1 ਇੰਚ ਵੀ ਨਹੀਂ ਉਹਨਾਂ ਦੀ ਜ਼ਿੰਦਗੀ ਵਿੱਚ। ਜਿਵੇਂ ਤੁਸੀਂ ਵੇਖਿਆ ਹੋਵੇਗਾ ਨਾ, ਕੋਈ ਭਾਂਡਾ ਜਿਸ ਨੂੰ ਚੁੱਕ ਕੇ ਲਿਜਾਣਾ, ਉਹਦੇ ਥੋੜ੍ਹੇ ਜਿਹਾ ਕੋਈ ਕੰਢੇ ਤਾਂ ਹੋਣ ਜਿੱਥੇ ਉਂਗਲ ਫਸ ਜਾਏ ਉਹਨੂੰ ਚੁੱਕ ਲਈਏ, ਉਂਗਲ ਹੀ ਨਹੀਂ ਪੈਂਦੀ ਵਿੱਚ, ਕਿਤੇ ਹੱਥ ਪੈਂਦਾ ਹੀ ਨਹੀਂ, ਕੁੰਡਾ ਹੀ ਕੋਈ ਨਹੀਂ ਹੈ, ਕਿੱਥੋਂ ਚੁੱਕਿਆ ਜਾਏਗਾ? ਇੰਨੇ ਸਖਤ ਹੋ ਗਏ, ਇੰਨੇ ਕੱਟੜ ਹੋ ਗਏ, ਇੰਨੇ ਜ਼ਬਰਦਸਤ ਹੋ ਗਏ ਕਿ ਸਾਡੇ ਵਰਗਾ ਹੁਣ ਮਰਿਆਦਾ ਵਾਲਾ ਬੰਦਾ ਹੀ ਕੋਈ ਨਹੀਂ ਹੈ। ਤੇ ਹੁਣ ਗੁਰੂ ਕਿੱਥੋਂ ਹੱਥ ਪਾਏ? ਥਾਂ ਹੀ ਕੋਈ ਨਹੀਂ ਹੱਥ ਪਾਉਣ ਲਈ। ਇਸ ਕਰਕੇ ਕਈ ਵਾਰੀ ਸੁਰਾਖਾਂ ਵਾਲੇ ਗੁਰੂ ਦੇ ਹੱਥ ਵਿੱਚ ਆ ਜਾਂਦੇ ਨੇ, ਪਕੜ ਵਿੱਚ ਆ ਜਾਂਦੇ। ਕੱਚੇ ਦਾ ਮਤਲਬ ਕੀ ਹੈ? ਨਰਮ। ਜਿੰਨਾ ਚਿਰ ਸਿੱਖ ਦਾ ਜੀਵਨ ਨਰਮ ਨਹੀਂ ਹੁੰਦਾ, ਗੁਰੂ ਕਿੱਥੇ ਹੱਥ ਪਾਏਗਾ? ਸਖਤ ਚੀਜ਼ ਨੂੰ ਕਿੱਥੋਂ ਹੱਥ ਪਾਵੇ? ਤਾਂ ਘੁਲਣ ਵਾਸਤੇ ਜੇ ਆਦਮੀ ਤਿਆਰ ਨਹੀਂ,
ਘੁਲਣ ਦਾ ਮਤਲਬ ਘੋਲ ਕਰਨਾ ਨਹੀਂ, ਘੁਲਣ ਦਾ ਮਤਲਬ ਘੁਲ ਜਾਣਾ, ਕਿਸੇ ਚੀਜ਼ ਦੇ ਵਿੱਚ ਘੁਲਣਾ। ਹਉ ਘੋਲੀ ਜੀਉ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਉ। ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਪਿਆਰ ਵਿੱਚ ਘੋਲ ਦਿੱਤਾ ਹੈ, ਆਪਣਾ ਆਪ ਬਚਾਇਆ ਹੀ ਨਹੀਂ, ਆਪਣੇ ਆਪ ਨੂੰ ਵਿੱਚ ਲੀਨ ਕਰ ਦਿੱਤਾ, ਮਿਟਾ ਦਿੱਤਾ, ਖਤਮ ਕਰਾ ਦਿੱਤਾ। ਇਹ ਉਹ ਵਿਸ਼ਾ ਸੀ ਸਿੱਖੀ ਦਾ, ਬਣਨਾ ਇੱਥੇ ਵਿਸ਼ਾ ਨਹੀਂ। ਇਸ ਕਰਕੇ ਸਤਿਗੁਰੂ ਨੇ ਕਿਹਾ ਤੂੰ ਅਨਾਮੰਗ ਤੇ ਅਕਾਮੰਗ, ਇੱਛਾ ਕੋਈ ਨਹੀਂ ਹੈ ਤੇਰੇ ਵਿੱਚ, ਕੋਈ ਇੱਛਾ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਦੇਈ ਜਾਂਦਾ ਤਮਾ ਕੋਈ ਨਹੀਂ, ਬਸ ਵੰਡੀ ਜਾਂਦਾ, ਦੇਈ ਜਾਂਦਾ, ਤਮਾ ਕੋਈ ਨਹੀਂ ਵੀ ਵਾਪਸ ਵਿੱਚ ਕੋਈ ਚਾਰ ਲਫ਼ਜ਼ ਕਵੇਗਾ, ਕੋਈ ਵਡਿਆਈ ਕਰੇਗਾ। ਇਸ ਤਰ੍ਹਾਂ ਦੀ ਉਹਦੇ ਵਿੱਚ ਦਸ਼ਾ ਹੈ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਸਮਸਤੋ ਪਰਾਜੀ, ਪਰਾਜੀ ਦਾ ਮਤਲਬ ਹੈ ਪਰਾਜਿਤ ਕਰਨਾ, ਹਰਾ ਦੇਣਾ। ਸਾਰਿਆਂ ਨੂੰ ਤੂੰ ਹਰਾ ਦੇਣਾ, ਅਖੀਰ ਨੂੰ ਤੇਰੇ ਅੱਗੇ ਸਾਰੇ ਹਾਰ ਹੀ ਜਾਂਦੇ ਨੇ। ਬੜੇ ਬੜੇ ਵੱਡੇ ਲੋਕ ਨੇ, ਅਖੀਰ ਨੂੰ ਹਾਰ ਗਏ ਤੇਰੇ ਅੱਗੇ, ਕਿਉਂਕਿ ਕਿੱਥੋਂ ਤੱਕ ਜਿੱਤਣਗੇ, ਕਿੱਥੋਂ ਤੱਕ ਅੜਨਗੇ, ਕਿੱਥੋਂ ਤੱਕ ਸੰਘਰਸ਼ ਕਰਨਗੇ। ਆਖਰ ਉਹਨਾਂ ਦੀ ਸਾਰੀ ਜ਼ਿੰਦਗੀ ਦਾ ਤੌਰ ਤਰੀਕਾ ਤੇਰੇ ਹੱਥ ਵਿੱਚ ਹੈ, ਤੇਰੇ ਜਿੰਨਾ ਸ਼ਕਤੀਸ਼ਾਲੀ ਕੋਈ ਨਹੀਂ। ਵੱਡਿਆਂ ਵੱਡਿਆਂ ਨੂੰ ਤੂੰ ਹਰਾ ਦਿੱਤਾ ਹੈ। ਬੜੇ ਬੜੇ ਹੰਕਾਰੀ ਜਿਹੜੇ ਕਹਿੰਦੇ ਕਦੀ ਅਸੀਂ ਹਾਰਾਂਗੇ ਨਹੀਂ, ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਵੀਰ ਅਪਾਰ ਬੜੇ ਬਰਿਆਰ, ਅਬਚਾਰੈ ਸਾਰ ਕੀ ਧਾਰ ਪਸ਼ਈਆ। ਜਿਹੜੇ ਸਾਰ ਲੋਹੇ ਦੀ ਧਾਰ ਵਾਲੇ ਸ਼ਸਤਰ ਨੂੰ ਵੀ ਮੋੜ ਦੇਣ, ਇੰਨੇ ਵੱਡੇ ਸੂਰਮੇ, ਇੰਨੀਆਂ ਸਖਤ ਉਹਨਾਂ ਦੀਆਂ ਬਾਹਾਂ। ਸਾਰ ਕੀ ਧਾਰ, ਸਾਰ ਕਹਿੰਦੇ ਲੋਹੇ ਦਾ ਸ਼ਸਤਰ ਖੰਡਾ, ਧਾਰ ਪਛਈਆ, ਉਹਨਾਂ ਨੂੰ ਵੀ ਪਛ ਦੇਣ, ਉਹਨਾਂ ਨੂੰ ਵੀ ਮੋੜ ਦੇਣ। ਕਹਿੰਦੇ ਵੀਰ ਅਪਾਰ, ਬੜੇ ਵੱਡੇ ਵੀਰ ਸੂਰਮੇ, ਬੜੇ ਬਰਿਆਰ ਅਵਿਚਾਰ ਹੈ, ਜਿਨ੍ਹਾਂ ਦੇ ਮਨ ਵਿੱਚ ਕਦੀ ਸੋਚ ਚਿੰਤਾ ਆਈ ਨਹੀਂ, ਪਰਵਾਹ ਨਹੀਂ ਕਰਦੇ ਕਿਸੇ ਦੀ। ਬਰਿਆਰ, ਬੜੇ ਕਰੜੇ, ਬੜੇ ਸਖਤ। ਕਹਿੰਦੇ ਵੀਰ ਅਪਾਰ ਬੜੇ ਬਰਿਆਰ, ਅਵਿਚਾਰੈ ਸਾਰ ਕੀ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ, ਮਵਾਸਨ ਕਹਿੰਦੇ ਜਿਹੜੇ ਕਿਲਿਆਂ ਵਿੱਚ ਲੁਕ ਜਾਂਦੇ ਲੋਕ, ਜਿਹੜੇ ਕਿਸੇ ਤੋਂ ਫੜੇ ਨਹੀਂ ਜਾਂਦੇ। ਤੋਰਤ ਦੇਸ, ਜਿਨ੍ਹਾਂ ਨੇ ਦੇਸ਼ਾਂ ਦੇ ਦੇਸ਼ ਤੋੜ ਦਿੱਤੇ। ਮਾਤੇ ਗਜਾਨ ਕੇ ਮਾਨ ਮਲਈਆ, ਗਜਾਨ ਕਹਿੰਦੇ ਹਾਥੀਆਂ ਨੂੰ, ਹਾਥੀਆਂ ਵਰਗੇ ਮਾਣ ਵਾਲੇ ਲੋਕਾਂ ਦਾ ਮਾਣ ਭੰਨਣ ਵਾਲੇ ਸੂਰਮ। ਮਾਤੇ ਗਜਾਨ ਕੇ ਮਾਨ ਮਲਈਆ, ਕਹਿੰਦੇ ਗਾੜੇ ਗੜਾਨ ਕੇ ਤੋੜਨ ਹਾਰ, ਵੱਡੇ ਵੱਡੇ ਗੜਾਂ ਨੂੰ, ਵੱਡੇ ਵੱਡੇ ਕਿਲਿਆਂ ਨੂੰ ਜਿੱਤ ਜਾਣ ਵਾਲੇ ਸੂਰਮੇ। ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਾਤ ਨਹੀਂ ਚੱਕ ਚਾਰ ਲਵਈਆ। ਜਿਨ੍ਹਾਂ ਦੀਆਂ ਗੱਲਾਂ ਵਿੱਚ ਹੀ ਇੰਨਾ ਬਲ ਹੈ, ਬਾਤ ਨਹੀਂ ਕਿ ਉਹ ਗੱਲਾਂ ਕਰਨ ਕਿਸੇ ਬਾਰੇ, ਮੂੰਹੋਂ ਬੋਲਣ ਕਿ ਫਲਾਣੇ ਨੂੰ ਮਾਰ ਦੇਣਾ, ਰਗੜ ਦੇਣਾ। ਉਹਨਾਂ ਦੀਆਂ ਗੱਲਾਂ ਦਾ ਇੰਨਾ ਅਸਰ ਹੋਵੇ ਅਗਲਾ ਮੈਦਾਨ ਹੀ ਛੱਡ ਕੇ ਭੱਜ ਜਾਏ, ਲੜੇ ਨਾ ਅੱਗੋਂ। ਬਾਤ ਨਹੀਂ, ਗੱਲਾਂ ਹੀ ਇੰਨੀਆਂ ਵੱਡੀਆਂ ਨੇ, ਬੋਲੇ ਇੰਨੇ ਵੱਡੇ ਨੇ। ਔਰ ਕਲਗੀਆਂ ਵਾਲੇ ਪਾਤਸ਼ਾਹ ਨੇ ਬੋਲੇ ਦਿੱਤੇ ਖਾਲਸੇ ਨੂੰ। ਘੱਟੋ ਘੱਟ ਭਾਸ਼ਾ ਤੇ ਉੱਚੀ ਹੋਵੇ ਨਾ। ਇਹ ਦੋ ਚੀਜ਼ਾਂ ਨੇ। ਇੱਕ ਬੰਦੇ ਦੇ ਮਨੋਬਲ ਨੂੰ ਉਠਾਉਣ ਲਈ ਭਾਸ਼ਾ ਉੱਚੀ ਚਾਹੀਦੀ ਹੈ, ਸੋਚ ਉੱਚੀ ਚਾਹੀਦੀ ਹੈ। ਇਹ ਨਹੀਂ ਵੀ ਦਿਨ ਰਾਤ ਬੰਦਾ ਝੁਰਦਾ ਹੀ ਰਵੇ, ਰੋਂਦਾ ਹੀ ਰਵੇ, ਕੁਝ ਨਹੀਂ ਰਿਹਾ, ਕੁਝ ਨਹੀਂ ਰਹਿਣਾ, ਹੋਣਾ ਹੀ ਕੁਝ ਨਹੀਂ, ਹੈ ਹੀ ਕੁਝ ਨਹੀਂ। ਇਹ ਇੱਕ ਬਿਰਤੀ ਹੈ ਜਿਹਦੇ ਅੰਦਰੋਂ ਜਿਹੜਾ ਕੱਲ ਵਿਸ਼ਾ ਆਪਾਂ ਲਿਆ ਸੀ ਕਿ ਨਿਸ਼ਚੈ, ਜਿਸ ਬੰਦੇ ਦਾ ਨਿਸ਼ਚਾ ਕਮਜ਼ੋਰ ਹੋ ਜਾਂਦਾ ਹੈ, ਇਰਾਦਾ ਕਮਜ਼ੋਰ ਹੋ ਜਾਂਦਾ, ਉਹਦੇ ਸ਼ਬਦ ਦੱਸਦੇ ਨੇ, ਉਹ ਕਹੇਗਾ ਕੁਝ ਵੀ ਨਹੀਂ ਹੈ। ਇਹ ਇੱਕ ਬਿਰਤੀ, ਇੱਕ ਬਿਮਾਰੀ ਵੀ ਹੈ। ਜਦੋਂ ਇਹ ਰੋਗ ਗ੍ਰਸ ਲੈਂਦਾ ਹੈ ਹੀਨਤਾ ਦਾ, ਤਾਂ ਤੁਸੀਂ ਘਰ ਵਿੱਚ ਜਾ ਕੇ ਕਹੋ ਫਲਾਣੀ ਚੀਜ਼ ਹੈ, ਪਹਿਲਾਂ ਮੂੰਹ ਤੇ ਨਹੀਂ ਹੋਵੇਗਾ ਕੋਈ ਨਹੀਂ ਹੈ।
ਤਾਂ ਤੁਸੀਂ ਰਸੋਈ ਫੋਲ ਕੇ ਵੇਖੋ, ਅੰਦਰੋਂ ਨਿਕਲ ਆਵੇਗੀ, ਹੋਵੇਗੀ। ਉੱਥੇ ਹੈ ਸਹੀ, ਪਰ ਅੰਦਰ ਦੀ ਇੱਕ ਐਸੀ ਰੋਗ ਗ੍ਰਸਤ ਬਿਰਤੀ ਹੈ ਕਿ ਉਹ ਜਦੋਂ ਆਦਮੀ ਨਾਵਾਚਕ ਹੋ ਜਾਂਦਾ, ਨੈਗੇਟਿਵ, ਉਹ ਕਹਿੰਦਾ ਨਹੀਂ, ਕੁਝ ਵੀ ਨਹੀਂ, ਇਹ ਕੰਮ ਕਰਨ ਲੱਗਿਆ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਚਲੋ ਕਰਕੇ ਦੇਖਦੇ ਹਾਂ, ਹੋਣ ਦੀ ਕੋਈ ਸੰਭਾਵਨਾ ਤੇ ਨਹੀਂ ਹੈ, ਟੁੱਟ ਗਿਆ ਸਾਰਾ ਕੁਝ, ਫਿਰ ਨਹੀਂ ਹੋਏਗਾ। ਸਤਿਗੁਰਾਂ ਨੇ ਚੜ੍ਹਦੀ ਕਲਾ ਵਾਲੇ ਬੋਲੇ ਦਿੱਤੇ ਨੇ। ਜਦੋਂ ਗੁਰੂ ਕੇ ਸਿੰਘ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਜੋੜਿਆਂ ਨੂੰ ਜੋੜੇ ਨਹੀਂ ਕਹਿਣਾ, ਘੋੜੇ ਕਹਿਣਾ ਹੈ। ਘੋੜੇ ਦਾ ਮਤਲਬ ਛੋਟੀ ਚੀਜ਼ ਨੂੰ ਵੱਡਾ ਪ੍ਰਦਰਸ਼ਿਤ ਕਰਨਾ ਹੈ। ਛੋਟੀ ਵਿੱਚ ਵਿਸ਼ਵਾਸ ਨੂੰ, ਸ਼ਕਤੀ ਨੂੰ, ਨਿਸ਼ਚੈ ਨੂੰ ਉੱਚਾ ਕਰਨ ਵਾਸਤੇ ਤੁਸੀਂ ਬਿਮਾਰੀ ਨੂੰ ਤੰਦਰੁਸਤੀ ਕਹਿਣਾ ਹੈ। ਬਿਮਾਰੀ ਨੂੰ ਤੰਦਰੁਸਤੀ ਕਹਿਣਾ ਹੈ। ਤੁਸੀਂ ਗਰੀਬੀ ਨੂੰ ਅਮੀਰੀ ਕਹਿਣਾ ਹੈ। ਪਰ ਇੱਕ ਗੱਲ ਖਿਆਲ ਰੱਖਣਾ, ਇੱਕ ਕੰਮ ਨਾ ਕਰਨਾ, ਕਦੀ ਗੁਲਾਮੀ ਨੂੰ ਆਜ਼ਾਦੀ ਨਾ ਕਹਿਣਾ, ਨਹੀਂ ਤੇ ਉਹ ਗਲਤ ਹੋ ਜਾਏਗਾ। ਆਜ਼ਾਦੀ ਲੈਣ ਦਾ ਵਿਸ਼ਾ ਹੈ, ਗੁਲਾਮੀ ਨੂੰ ਆਜ਼ਾਦੀ ਨਹੀਂ ਕਹਿਣਾ ਚਾਹੀਦਾ। ਕੁਝ ਚੀਜ਼ਾਂ ਦੇ ਫਰਕ ਨੇ। ਤਾਂ ਜੋੜੇ ਨੂੰ ਕਹਿਣਾ ਘੋੜਾ, ਤਾਂ ਉਸ ਬੋਲੇ ਤੋਂ ਪ੍ਰਭਾਵ ਪੈਂਦਾ ਦੂਜੇ ਤੇ ਵੀ ਇਹ ਤਾਂ ਇੰਨੇ ਸ਼ਕਤੀਸ਼ਾਲੀ ਨੇ ਕਿ ਇਹ ਜੋੜਿਆਂ ਨੂੰ ਘੋੜਾ ਸਮਝਦੇ ਨੇ, ਕਿਸੇ ਦੀ ਕੀ ਪਰਵਾਹ ਕਰਨਗੇ, ਇੰਨੀ ਸ਼ਕਤੀ ਇਹਨਾਂ ਵਿੱਚ। ਜਿਵੇਂ ਕਿ ਇੱਕ ਉਸ ਵੇਲੇ ਦੇ ਸਿੱਖੀ ਦੀ ਦੇਗ ਦਾ ਇੱਕ ਲੰਗਰ ਦੀ ਇੱਕ ਮਰਿਆਦਾ ਦਰਸਾਈ ਗਈ ਕਿ ਜਦੋਂ ਗੁਰੂ ਕੇ ਸਿੱਖਾਂ ਕੋਲ ਖਾਣ ਲਈ ਕੁਝ ਨਹੀਂ ਸੀ ਹੁੰਦਾ, ਲੰਗਰ ਮਸਤਾਨੇ ਰਹਿੰਦੇ ਸਨ, ਭੱਜ ਦੌੜ ਰਹਿੰਦੀ ਸੀ। ਔਰ ਲੰਗਰ ਬਾਰੇ ਇੱਕ ਬੜੀ ਸੋਹਣੀ ਪ੍ਰਵਿਰਤੀ ਉਹਦੇ ਵਿੱਚ ਦਰਸਾਈ ਗਈ। ਉਹ ਕਹਿੰਦੇ ਇੱਕ ਸਿੱਖ ਨੂੰ ਕਿਤੇ ਉਹ 15 ਛੋਲਿਆਂ ਦੇ ਦਾਣੇ ਮਿਲ ਗਏ ਤੇ 16 ਸਿੰਘਾਂ ਦਾ ਜਥਾ ਸੀ। ਉਹ ਜਦੋਂ 17ਵੀਂ ਸਦੀ ਵਿੱਚ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ, ਜਿਹਨੂੰ ਕਹਿੰਦੇ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਸਨ। ਜਿਸ ਵੇਲੇ ਉਸ ਥਾਂ ਤੇ ਜਦੋਂ ਉਹਨੂੰ 15-16 ਛੋਲਿਆਂ ਦੇ ਦਾਣੇ ਮਿਲੇ ਤੇ ਉਹ ਲੈ ਕੇ ਉੱਥੇ ਆ ਗਿਆ ਜਿੱਥੇ ਸਿੰਘ ਬੈਠੇ ਹੋਏ ਸਨ ਜੰਗਲ ਵਿੱਚ। ਇੱਕ ਜਕਾਰਾ ਬੁਲਾਇਆ, ਨਗਾਰੇ ਵੱਜ ਗਏ, ਗੁਰੂ ਕੀ ਦੇਗ ਤਿਆਰ ਹੋ ਗਈ, ਪੰਗਤਾਂ ਲਾ ਦਿਓ। ਪੰਗਤਾਂ ਲੱਗ ਗਈਆਂ। ਇੱਕ ਇੱਕ ਦਾਣਾ ਉਹਨੇ ਵਰਤਾ ਦਿੱਤਾ। 15 ਸਿੰਘਾਂ ਨੂੰ ਇੱਕ ਇੱਕ ਆ ਗਿਆ ਤੇ ਬਾਅਦ ਵਿੱਚ ਉਹਨੇ ਫਤਿਹ ਬੁਲਾਈ, ਕਹਿਣ ਲੱਗੇ ਛਕ ਲਓ। ਜਦੋਂ ਉਹਨਾਂ ਨੇ ਛਕਿਆ ਤੇ ਉਹਨਾਂ ਪੁੱਛਿਆ ਵੀ ਤੂੰ ਆਪ ਨਹੀਂ ਛਕਿਆ? ਕਹਿਣ ਲੱਗੇ ਮੈਂ ਤੇ ਵਰਤਾ ਕੇ ਰੱਜ ਗਿਆ, ਤੁਹਾਨੂੰ ਛਕਾ ਕੇ। ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿ ਜਿਨ੍ਹਾਂ ਨੇ ਇੰਨੇ ਦਾਣੇ ਵੀ ਵੰਡ ਦਿੱਤੇ। ਇਹ ਉਸ ਗੁਰੂ ਦੀ ਪਰਿਭਾਸ਼ਾ ਹੈ। ਤੇ ਜਦੋਂ ਬੰਦਾ ਆਪਣੀ ਫਰਿੱਜ ਭਰ ਕੇ ਰੱਖੇ ਤੇ ਜਦੋਂ ਕੋਈ ਬਾਹਰ ਆਵੇ ਉਹਨੂੰ ਅੱਖਾਂ ਕੱਢ ਕੇ ਪਵੇ, ਲੰਗਰ ਦੀ ਮਰਿਆਦਾ ਥੋੜ੍ਹੀ ਹੈ। ਇਹਨੂੰ ਲੰਗਰ ਨਹੀਂ ਕਹਿੰਦੇ। ਲੰਗਰ ਦਾ ਅਰਥ ਹੈ ਜਿਹਦੇ ਵਿੱਚ ਓਲਾ ਨਾ ਹੋਵੇ, ਜੋ ਬਿਲਕੁਲ ਸਾਹਮਣੇ ਹੈ ਪ੍ਰਗਟ, ਲੁਕੋਇਆ ਨਾ ਜਾਏ ਕੁਝ। ਉੱਥੇ ਲੰਗਰ ਵਿੱਚ ਬਰਕਤ ਹੁੰਦੀ ਏ। ਜਿਸ ਰਸੋਈ ਵਿੱਚੋਂ ਖਾਣ ਪੀਣ ਦੀਆਂ ਚੀਜ਼ਾਂ ਲੁਕਾਉਣ ਦੀ ਗੱਲ ਸ਼ੁਰੂ ਹੋ ਜਾ, ਉਸ ਘਰ ਵਿੱਚੋਂ ਬਰਕਤਾਂ ਉੱਡ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਇਸ ਕਰਕੇ ਦੋ ਗੱਲਾਂ ਕਹੀਆਂ ਪ੍ਰਸ਼ਾਦ ਦੇ ਸੰਬੰਧ ਵਿੱਚ ਰਹਿਤਨਾਮਿਆਂ ਵਿੱਚ। ਉਹ ਕਹਿੰਦੇ ਪ੍ਰਸ਼ਾਦ ਕੋ ਨਿੰਦੇ ਇੱਕ, ਔਰ ਲੋਭ ਕਰ ਖਾਏ ਸੋ ਤਨਖਾਹੀਆ ਹੈ। ਪ੍ਰਸ਼ਾਦ ਦੀ ਨਿੰਦਿਆ ਕਰੇ ਵੀ ਇਹ ਠੀਕ ਨਹੀਂ ਹੈ, ਔਰ ਲੋਭ ਕਰਕੇ ਖਾਏ, ਲੁਕੋ ਕੇ ਖਾਏ, ਉਹ ਗੁਰੂ का ਤਨਖਾਈ ਹੈ, ਦੋਸ਼ੀ ਹੈ, ਚੋਰ ਹੈ। ਇਹ ਸਾਰੇ ਪ੍ਰਤੀਤ, ਛੋਲਿਆਂ ਨੂੰ ਬਦਾਮ ਕਹਿਣਾ, ਜੋੜਿਆਂ ਨੂੰ ਘੋੜਾ ਕਹਿਣਾ, ਹਰ ਇੱਕ ਚੀਜ਼ਾਂ ਚੜ੍ਹਦੀ ਕਲਾ ਦਾ ਪ੍ਰਤੀਕ ਦਸੀਆਂ। ਇਸ ਕਰਕੇ ਕਹਿੰਦੇ ਸਮਸਤੋ ਪਰਾਜੀ, ਕਲਗੀਧਰ ਪਾਤਸ਼ਾਹ ਕਹਿੰਦੇ ਤੇਰੇ ਵਿੱਚ ਇੰਨੀ ਸ਼ਕਤੀ ਹੈ, ਜਿਹੜੇ ਲੋਕ ਤੇਰੀ ਟੇਕ ਰੱਖਦੇ ਨੇ ਉਹ ਸਾਰਿਆਂ ਨੂੰ ਪਰਾਜਿਤ ਕਰ ਦਿੰਦੇ ਨੇ। ਉਹਨਾਂ ਦੇ ਕੋਲ ਇੰਨਾ ਵੱਡਾ ਉਹਦੇ ਆਸਰੇ ਦਾ ਸ਼ਸਤਰ ਹੈ, ਹਥਿਆਰ ਹੈ, ਸਾਰਿਆਂ ਨੂੰ ਪਰਾਜਿਤ, ਸਾਰਿਆਂ ਨੂੰ ਹਰਾ ਦੇਣ ਵਾਲਾ ਹੈ। ਇਸ ਕਰਕੇ ਕਲਗੀਧਰ ਪਾਤਸ਼ਾਹ ਕਹਿੰਦੇ ਸਮਸਤੋ ਪਰਾਜੀ। ਮੈਂ ਗੱਲ ਕਰ ਰਿਹਾ ਸੀ, ਉਸ ਸਵਈਏ ਦੇ ਵਿੱਚ ਰਹਿ ਗਿਆ।
ਜਿਹਦੇ ਵਿੱਚ ਹਜ਼ੂਰ ਨੇ ਕਿਹਾ, ਵੀਰ ਅਪਾਰ ਵੱਡੇ ਬਰਿਆਰ ਵਿਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜ ਨਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ। ਜਿਨ੍ਹਾਂ ਦੀਆਂ ਗੱਲਾਂ ਵਿੱਚ ਹੀ ਇਹਨਾਂ ਬਾਲੇ ਦੁਸ਼ਮਣ ਨੂੰ ਗੱਲਾਂ ਨਾਲ ਹੀ ਭਜਾ ਦਿੰਦੇ ਨੇ। ਪਰ ਜੇ ਕੋਈ ਇੰਨਾ ਵੱਡਾ ਵੀ ਹੋ ਜਾਏ, ਇੰਨਾ ਸ਼ਕਤੀਸ਼ਾਲੀ ਵੀ ਹੋ ਜਾਏ, ਅਖੀਰ ਤੇ ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਜਾਚਕ ਕਹਿੰਦੇ ਨੇ ਮੰਗਤਿਆਂ ਨੂੰ, ਤੇਰੇ ਮੰਗਤੇ ਹਜ਼ਾਰਾਂ ਨੇ। ਇਹ ਸਾਰੇ ਸੂਰਮੇ, ਸਾਰੇ ਵੱਡੇ ਲੋਕ ਤੇਰੇ ਮੰਗਤੇ ਨੇ। ਸੋ ਏਕ ਦਵਈਆ, ਤੇ ਇਹਨਾਂ ਦੇਣ ਵਾਲਿਆਂ ਨੂੰ ਤੂੰ ਕੱਲਾ ਹੈ। ਸਾਰਿਆਂ ਨੂੰ ਦੇਣਾ ਹੈ। ਵੱਡੇ ਵੱਡੇ ਸੂਰਮੇ, ਕਿਲੇ ਤੋੜਨ ਵਾਲੇ, ਚੜ੍ਹਾਈਆਂ ਕਰਨ ਵਾਲੇ, ਸਾਰਿਆਂ ਨੂੰ ਹਰਾਉਣ ਵਾਲੇ ਅਖੀਰ ਨੂੰ ਤੇਰੇ ਅੱਗੇ ਆ ਕੇ ਹਾਰ ਗਏ। ਇਸ ਕਰਕੇ ਕਹਿੰਦੇ ਸਮਸਤੋ ਪਰਾਜੀ, ਪਰਾਜਿਤ ਕਰਨ ਵਾਲਾ ਵੱਡੇ ਵੱਡੇ ਹੰਕਾਰੀਆਂ ਨੂੰ ਤੂੰ ਹਰਾ ਦੇਣ ਵਾਲਾ ਹੈ। ਭੰਗਾਣੀ ਦੇ ਯੁੱਧ ਦੇ ਅੰਦਰ ਇੱਕ ਬੜਾ ਵੱਡਾ ਸੂਰਮਾ ਸੀ, ਹਰੀ ਚੰਦ ਹੰਡੂਰੀਆ ਜਿਹਨੂੰ ਕਹਿੰਦੇ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਪਹਿਲੀ ਜੰਗ ਨਾਲ ਸੰਬੰਧਿਤ ਹੈ। ਭੰਗਾਣੀ ਦੇ ਮੈਦਾਨ ਦੇ ਅੰਦਰ, ਜਿਹਦੇ ਬਾਰੇ ਪ੍ਰਸਿੱਧ ਸੀ ਕਿ ਅਰਜਨ ਜਿਹੜਾ ਧਨੁਖਧਾਰੀ ਹੋਇਆ, ਉਹਦੇ ਤੋਂ ਬਾਅਦ ਦੂਜੇ ਨੰਬਰ ਤੇ ਤੀਰ ਅੰਦਾਜ਼ੀ ਦੀ ਕਲਾ ਇਸ ਹਰੀ ਚੰਦ ਹੰਡੂਰੀਏ ਕੋਲ ਹੈ, ਪਹਾੜੀ ਰਾਜਾ। ਜਦੋਂ ਮੁਕਾਬਲਾ ਹੋਇਆ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਉਮਰ ਜਵਾਨ ਉਮਰ ਸੀ, 22-23 ਸਾਲ ਦੀ ਉਮਰ, ਮੈਦਾਨੀ ਜੰਗ ਵਿੱਚ ਆ ਗਏ। ਪਹਿਲਾਂ ਸਾਰੀ ਅਗਵਾਈ ਕਰ ਰਹੇ ਸਨ। ਜਦੋਂ ਉਹਨੇ ਹਮਲਾ ਕੀਤਾ, ਤੀਰਾਂ ਅੱਗੇ ਕੋਈ ਟਿਕਦਾ ਨਹੀਂ ਸੀ ਉਹਦੇ, ਬੜਾ ਸੂਰਮਾ ਸੀ, ਬੜਾ ਮਹਾਨ। ਜਦੋਂ ਸਾਹਮਣੇ ਆਇਆ, ਗੁਰੂ ਕਲਗੀਧਰ ਪਾਤਸ਼ਾਹ ਘੋੜਾ ਲੈ ਕੇ ਸਾਹਮਣੇ ਚਲੇ ਗਏ। ਹਰੀ ਚੰਦ ਨੇ ਵੇਖਿਆ ਵੀ ਗੁਰੂ ਸਾਹਮਣੇ ਆ ਗਏ। ਸਤਿਗੁਰੂ ਨੇ ਦੂਰੋਂ ਆਵਾਜ਼ ਦਿੱਤੀ, ਕਹਿਣ ਲੱਗੇ, ਹਰੀ ਚੰਦਾ, ਕਿਤੇ ਤੇਰੇ ਮਨ ਵਿੱਚ ਕੋਈ ਸੰਸਾ ਸ਼ੰਕਾ ਨਾ ਰਹਿ ਜਾਏ, ਤੂੰ ਵਾਰ ਕਰ ਲੈ, ਕਿਉਂਕਿ ਹੁਣ ਤੇਰੀ ਜ਼ਿੰਦਗੀ ਦੇ ਪਲ ਬਹੁਤ ਥੋੜੇ ਬਚੇ ਨੇ। ਪਰ ਇਹਨੂੰ ਆਪਣੀ ਤੀਰ ਅੰਦਾਜ਼ੀ ਤੇ ਇੰਨਾ ਮਾਣ ਸੀ ਕਿ ਇਹਨੇ ਕਦੀ ਸੋਚਿਆ ਵੀ ਨਹੀਂ ਸੀ ਕਿ 20-22 ਸਾਲ ਦਾ ਗੁਰੂ ਮੈਨੂੰ ਵੰਗਾਰ ਲਏਗਾ, ਮੇਰੇ ਸਾਹਮਣੇ ਖੜਾ ਹੋ ਜਾਏਗਾ। ਪਰ ਉਹਨੇ ਫਿਰ ਵੀ ਕਾਹਲ ਨਾਲ ਤੀਰ ਕੱਢਿਆ ਵੀ ਇਸ ਜੰਗ ਦਾ ਫੈਸਲਾ ਜਲਦੀ ਕਰਾਂ। ਤੀਰ ਚਲਾਇਆ, ਇੱਕ ਤੀਰ ਚੱਲਿਆ ਤੇ ਗੁਰੂ ਸਾਹਿਬ ਦੇ ਘੋੜੇ ਨੂੰ ਜਾ ਕੇ ਲੱਗ ਗਿਆ, ਘੋੜਾ ਮਾਰਿਆ ਗਿਆ, ਹਜ਼ੂਰ ਪੈਦਲ ਹੋ ਗਏ। ਉਹਨੇ ਫਿਰ ਇਸ ਚੀਜ਼ ਦੇ ਉੱਤੇ ਆਪਣਾ ਅਪਮਾਨ ਸੋਚਿਆ ਵੀ ਮੇਰਾ ਅਪਮਾਨ ਨਹੀਂ, ਤੇ ਪਹਿਲੇ ਤੀਰ ਇਹ 'ਚੋਂ ਚਿੱਤ ਕਰ ਦਿੰਦਾ ਸੀ। ਦੂਸਰਾ ਤੀਰ ਉਹਨੇ ਫਿਰ ਕੱਢਿਆ, ਉਹ ਕਲਗੀਆਂ ਵਾਲੇ ਪਾਤਸ਼ਾਹ ਦੇ ਇੱਧਰ ਕੰਨ ਦੇ ਨਾਲੋਂ ਦਸਤਾਰ ਨੂੰ ਥੋੜ੍ਹਾ ਜਿਹਾ ਛੂਹ ਕੇ ਨਿਕਲ ਗਿਆ। ਫਿਰ ਉਹਨੇ ਤੀਸਰਾ ਤੀਰ ਕੱਢਿਆ ਤੇ ਤੀਸਰਾ ਸਿੱਧਾ ਨਾਭੀ ਵਿੱਚ, ਧੁਨੀ ਵਿੱਚ ਆ ਕੇ ਉਹਦਾ ਨਿਸ਼ਾਨਾ ਲੱਗਾ। ਪਰ ਹਜ਼ੂਰ ਨੇ ਇੱਕ ਬੜੀ ਜ਼ਬਰਦਸਤ ਪੇਟੀ ਪਾਈ ਹੋਈ ਸੀ ਇੱਥੇ, ਸੰਜੋ ਵਰਗੀ। ਉਹ ਪੇਟੀ ਨੂੰ ਵਿੰਨ ਕੇ ਥੋੜ੍ਹਾ ਜਿਹਾ ਤੀਰ ਸਤਿਗੁਰਾਂ ਦੇ ਸਰੀਰ ਵਿੱਚ ਨੋਕ ਲੱਗੀ। ਜਦੋਂ ਖਿੱਚਿਆ, ਥੋੜ੍ਹਾ ਜਿਹਾ ਖੂਨ ਵੀ ਸਿਮਿਆ ਉਹਦੇ ਵਿੱਚ। ਉੱਥੇ ਫਿਰ ਸਤਿਗੁਰਾਂ ਨੇ ਬਚਨ ਕੀਤਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗੇ। ਜਦੋਂ ਤੀਰ ਦੀ ਨੋਕ ਲੱਗੀ, ਅੰਦਰਲੇ ਰੋਸ ਨੇ ਜਨਮ ਲਿਆ, ਅੰਦਰਲੇ ਜੋਸ਼ ਨੇ ਉਬਾਲਾ ਖਾਧਾ। ਸਤਿਗੁਰਾਂ ਨੇ ਫਿਰ ਤੀਰ ਕੱਢਿਆ, ਕਮਾਨ ਤੇ ਚੜਾਇਆ ਤੇ ਹਰੀ ਚੰਦ ਨੂੰ ਕਹਿ ਦਿੱਤਾ, ਚੰਗੀ ਤਰ੍ਹਾਂ ਸੰਭਲ। ਔਰ ਸਤਿਗੁਰਾਂ ਦਾ ਜਿਹੜੀ ਕਮਾਨ ਸੀ ਉਹ ਬੜੀ ਜ਼ਬਰਦਸਤ ਹੁੰਦੀ ਸੀ, ਆਮ ਬੰਦੇ ਤੋਂ ਉਹਦਾ ਚਿੱਲਾ ਨਹੀਂ ਸੀ ਚੜਾਇਆ ਜਾਂਦਾ। ਆਮ ਆਦਮੀ ਉਹਦਾ ਚਿੱਲਾ ਨਹੀਂ ਸੀ ਚੜਾ ਸਕਦਾ। ਚਿੱਲੇ ਦਾ ਮਤਲਬ ਕਿ ਉਸ ਕਮਾਨ ਨੂੰ ਖੱਬਾ ਹੱਥ ਪਾ ਕੇ ਬਿਲਕੁਲ ਸਿੱਧਾ ਕਰ ਲੈਣਾ ਤੇ ਸੱਜਾ ਕੰਨ ਤੱਕ ਲੈ ਆਉਣਾ, ਇਹਨੂੰ ਕਹਿੰਦੇ ਚਿੱਲਾ ਚੜਾਉਣਾ। ਉਹ ਸਖਤ ਇੰਨੀ ਸੀ, ਕਿਉਂਕਿ ਜਿੰਨੀ ਉਹ ਸਖਤ ਹੁੰਦੀ ਸੀ ਉਹਨਾਂ ਤੀਰ ਤੇਜ਼ ਮਾਰ ਕਰਦਾ ਸੀ।
ਆਮ ਬੰਦਾ ਤੇ ਉਹਨੂੰ ਚੁੱਕ ਵੀ ਨਹੀਂ ਸੀ ਸਕਦਾ, ਚਿੱਲਾ ਤੇ ਉਹਦਾ ਕੀ ਚੜਾਉਣਾ ਹੈ। ਸਤਿਗੁਰਾਂ ਨੇ ਸਰੀਰਕ ਤੌਰ ਤੇ ਵੀ ਸਿੱਖ ਨੂੰ ਸਟਰੋਂਗ ਬਣਾਇਆ ਹੈ, ਸ਼ਕਤੀਸ਼ਾਲੀ ਬਣਾਇਆ। ਨਹੀਂ ਤੇ ਇਹ ਹਾਲਤ ਤਾਂ ਪਹਿਲਾਂ ਹੈ ਹੀ ਸੀ ਵੀ ਚਿੜੇ ਉੱਡੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਸਤਿਗੁਰਾਂ ਨੇ ਜਦੋਂ ਕੰਨ ਤੱਕ ਪੂਰਾ ਖਿੱਚ ਕੇ ਤੀਰ ਛੱਡਿਆ, ਹਰੀ ਚੰਦ ਦੇ ਮੱਥੇ ਵਿੱਚ ਵੱਜਾ, ਸਿਰ ਦੋ ਫਾੜ ਕਰ ਦਿੱਤਾ, ਪਾੜ ਕੇ ਰੱਖ ਦਿੱਤਾ। ਬਸ ਉਹਦੇ ਡਿੱਗਣ ਦੀ ਦੇਰ ਸੀ, ਸਾਰੀਆਂ ਫੌਜਾਂ ਨੱਠ ਗਈਆਂ। ਇੱਥੋਂ ਇਹ ਜੰਗ ਦੇ ਬਹੁਤੇ ਫੈਸਲੇ ਕਲਗੀਆਂ ਵਾਲੇ ਨੇ ਆਪਣੇ ਹੱਥੀਂ ਆਪਣੇ ਤੀਰ ਨਾਲ ਹੀ ਕੀਤੇ ਨੇ ਬਹੁਤੇ। ਇਸ ਲਈ ਉਹ ਸਾਰਿਆਂ ਨੂੰ ਹਰਾਉਣ ਵਾਲਾ ਹੈ, ਸਮਸਤੋ ਪਰਾਜਿਤ ਕਰਨ ਵਾਲਾ। ਪਰ ਇੱਕ ਗੱਲ ਹੋਰ ਕਿ ਕਹਿੰਦੇ ਸਮਸਤ ਸਤ ਧਾਮੰ, ਧਾਮ ਕਹਿੰਦੇ ਨੇ ਘਰ ਨੂੰ। ਸਾਰਿਆਂ ਦਾ ਘਰ ਉਹਦਾ ਆਪਣਾ ਹੀ ਘਰ ਹੈ। ਸਾਰਿਆਂ ਦੇ ਸਰੀਰ ਦੇ ਵਿੱਚ ਘਰ ਬਣਾ ਕੇ ਆਪ ਹੀ ਰਹਿੰਦਾ ਹੈ, ਆਪ ਹੀ ਨਿਵਾਸ ਕਰਦਾ ਹੈ। ਅੱਗੇ ਨਵਾਂ ਸ਼ੰਤ ਸ਼ੁਰੂ ਕਰਦੇ 62 ਨੰਬਰ ਸ਼ੰਤ ਦੇ ਅੰਦਰ, ਤੇਰਾ ਜ਼ੋਰ ਚਾਚਰੀ ਛੰਦ। ਇੰਨਾ ਜ਼ੋਰ ਵੀ ਆ ਗਿਆ। ਇਹ ਕਲਮ ਬੜੀ ਚਲਾਈ ਕਲਗੀਆਂ ਵਾਲੇ ਨੇ, ਸਾਹਿਤ ਬੜਾ ਰਚਿਆ, ਕਵੀ ਬੜੇ ਰੱਖੇ। ਬਾਹਾਂ ਵਿੱਚ ਬਲ ਬਹੁਤ ਭਾਰਾ ਸੀ, ਸ਼ਕਤੀ ਬੜੀ ਵੱਡੀ ਸੀ। ਇਹ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਹਜ਼ੂਰ ਦੇ ਹੱਥਾਂ ਵਿੱਚ ਬਾਹਾਂ ਵਿੱਚ ਇੰਨੀ ਸ਼ਕਤੀ ਸੀ ਕਿ ਜਦੋਂ ਪੂਰੇ ਜੋਸ਼ੋ ਖਰੋਸ਼ ਵਿੱਚ ਆ ਕੇ ਮੈਦਾਨੇ ਜੰਗ ਵਿੱਚ ਤੀਰ ਤੇ ਤੀਰ ਚਲਾਉਂਦੇ ਸਨ ਤੇ ਤੀਰਾਂ ਦੀ ਲਾਈਨ ਵੱਜ ਜਾਂਦੀ ਸੀ ਇੱਕ ਦੂਜੇ ਦੇ ਪਿੱਛੇ, ਇੱਕ ਦੂਜੇ ਦੇ ਪਿੱਛੇ ਤੀਰ ਦੇ ਪਿੱਛੇ ਤੀਰ ਲੱਗ ਜਾਂਦਾ ਸੀ ਇੰਨੀ ਤੇਜ਼ੀ ਨਾਲ। ਔਰ ਇੱਕ ਤੀਰ 7 ਸਰੀਰਾਂ ਨੂੰ ਪਾਰ ਕਰ ਜਾਂਦਾ ਸੀ, ਇੰਨੀ ਤੇਜ਼ੀ ਨਾਲ ਉਹਦੀ ਸਪੀਡ, ਉਹਦੀ ਸ਼ਕਤੀ ਇੰਨੀ ਹੁੰਦੀ ਸੀ, ਤਾਕਤ ਇੰਨੀ ਸੀ 7 ਸਰੀਰਾਂ ਨੂੰ। ਇਹ ਹੁਣ ਤੁਸੀਂ ਵੇਖਣਾ ਕਈ ਵਾਰੀ ਸਾਡੇ ਤੋਂ ਤਾਂ ਗੰਢਾ ਵੀ ਨਹੀਂ ਚੀਰਿਆ ਜਾਂਦਾ ਕਰਦ ਨਾਲ, ਉਹ ਵੀ ਵਿੱਚ ਹੀ ਫਸ ਜਾਂਦੀ। ਇਹ ਸ਼ਕਤੀ ਖਾਲਸੇ ਦੀ ਹੋਰ ਤਰ੍ਹਾਂ ਦੀ, ਉਹ ਹੋਰ ਤਰ੍ਹਾਂ ਦੀ ਸੀ। ਤਾਂ ਪਹਿਲਾਂ ਇਹ ਸ਼ਕਤੀਆਂ ਹੁੰਦੀਆਂ ਸਨ। ਤੁਸੀਂ ਵੇਖਿਆ ਵੀ ਬਾਬੇ ਬੁੱਢੇ ਨੇ ਉਸ ਗੰਢੇ ਨੂੰ ਮੁੱਕਾ ਮਾਰ ਕੇ ਤੋੜਿਆ ਸੀ, ਹੱਥ ਨਾਲ ਤੋੜ ਕੇ ਵੇਖਣਾ ਕਦੀ ਹੈ, ਕਦੀ ਟੁੱਟਾ ਹੈ ਕਿ ਨਹੀਂ? ਮੇਰੇ ਖਿਆਲ ਵਿੱਚ ਨਹੀਂ ਹੈ। ਤਾਂ ਇਸ ਤਰ੍ਹਾਂ ਦੀ ਕਮਜ਼ੋਰ ਬਿਰਤੀ ਵੀ ਨਹੀਂ ਬਣਾਈ ਹਜ਼ੂਰ ਨੇ। ਇੱਥੇ ਨਾਮ ਜਪਣ ਦਾ ਅਰਥ ਇਹ ਨਹੀਂ ਵੀ ਕਮਜ਼ੋਰ ਬੁੱਝ ਦਿਲ ਹੋ ਜਾਣਾ, ਸ਼ਕਤੀ ਵੀ ਭਰੀ ਹੈ। ਪਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਇੰਨਾ ਸ਼ਕਤੀਸ਼ਾਲੀ ਗੁਰੂ ਜਿਹਦੇ ਇੱਕ ਤੀਰ ਦੇ ਨਾਲ 7 ਸਰੀਰ ਵਿੰਨੇ ਜਾਂਦੇ ਸਨ, 7 ਘੋੜ ਸਵਾਰ ਇਕੱਠੇ, ਉਹ ਡਿੱਗ ਪੈਂਦੇ ਜ਼ਮੀਨ ਤੇ, ਇੱਕ ਚੋਂ ਪਾਰ ਦੂਜੇ ਤੀਜੇ ਚੌਥੇ ਚੋਂ ਲੰਘ ਜਾਂਦਾ ਸੀ। ਕਿੰਨੀ ਕੁ ਸਪੀਡ, ਕਿੰਨੀ ਸ਼ਕਤੀ ਨਾਲ ਆਉਂਦਾ ਹੋਵੇਗਾ, ਤੁਸੀਂ ਸੋਚੋ ਕਦੀ। ਤੇ ਇੰਨੀ ਸ਼ਕਤੀ ਰੱਖ ਕੇ ਫਿਰ ਗੁਰੂ ਨੇ ਕਿਹਾ ਤੇਰਾ ਜ਼ੋਰ। ਤੇ ਸਾਡੇ ਕੋਲੋਂ ਤੇ ਬਣਦਾ ਵੀ ਕੁਝ ਨਹੀਂ, ਅਸੀਂ ਫਿਰ ਕਹਿੰਦੇ ਹਾਂ ਜ਼ੋਰ ਸਾਡਾ ਹੀ। ਜੇ ਅਸੀਂ ਨਾ ਹੋਏ ਇੱਥੇ ਕੰਮ ਨਹੀਂ ਚੱਲਣਾ। ਆ ਬਾਕੀਆਂ ਨੂੰ ਤੇ ਪਤਾ ਹੀ ਕੋਈ ਨਹੀਂ, ਅਸੀਂ ਪੁਰਾਣੇ ਹਾਂ ਜੀ, ਸਾਨੂੰ ਪਤਾ ਸਾਰਾ। ਜੇ ਅਸੀਂ ਨਾ ਹੋਏ ਇੱਥੇ ਕੁਝ ਨਹੀਂ ਚੱਲਣਾ। ਅਜੇ ਹੈ ਵੀ ਕੁਝ ਨਹੀਂ। ਤੇ ਜਿਸ ਗੁਰੂ ਕੋਲ ਇੰਨਾ ਕੁਝ ਸੀ, ਇੰਨੀ ਕਲਾ, ਇੰਨੀ ਸ਼ਸਤਰ ਵਿਦਿਆ, ਇੰਨੀ ਸ਼ਬਦ ਦੀ ਕਲਾ, ਇੰਨੀ ਸਾਹਿਬ ਦਿਮਾਗੀ, ਉਹਨੇ ਸਾਰਾ ਕੁਝ ਪਾ ਕੇ ਵੀ ਸ਼ਬਦ ਕਿਆ ਕਹਿੰਦੇ ਤੇਰਾ ਜ਼ੋਰ। ਇਹ ਜ਼ੋਰ ਮੇਰਾ ਨਹੀਂ, ਇਹ ਤੇਰਾ ਹੀ ਜ਼ੋਰ ਹੈ। ਇਹ ਸ਼ਕਤੀ ਮੇਰੀ ਨਹੀਂ, ਇਹ ਤੇਰੀ ਹੀ ਸ਼ਕਤੀ ਹੈ। ਇਹ ਤੇਰੇ ਤੋਂ ਹੀ ਨਿਕਲਿਆ ਸਭ ਕੁਝ। ਚਾਚਰੀ ਛੰਦ। ਅੱਗੇ ਅਕਾਲ ਪੁਰਖ ਵਾਹਿਗੁਰੂ ਨੂੰ ਵੇਖ ਕੇ, ਦੀਦਾਰ ਕਰਕੇ ਹਰ ਇੱਕ ਚੀਜ਼ ਵਿੱਚ ਕਹਿੰਦੇ ਜਲੇ ਹੈ। ਜਦੋਂ ਮੈਂ ਪਾਣੀ ਵੱਲ ਵੇਖਾਂ, ਉਸ ਪਾਣੀ ਵਿੱਚੋਂ ਤੇਰਾ ਜਲਵਾ ਨਜ਼ਰ ਆਉਂਦਾ ਹੈ, ਨੂਰ ਦਿਸਦਾ। ਅਸਲ ਵਿੱਚ ਅੰਦਰ ਦੀ ਸਥਿਤੀ ਹੈ, ਜਿਸ ਦੇ ਅੰਦਰ ਉਹ ਪ੍ਰਗਟ ਹੋ ਗਿਆ, ਉਹ ਬਾਹਰੋਂ ਉਹਨੂੰ ਸਾਰਿਆਂ ਥਾਵਾਂ ਤੋਂ ਦਿਸੇਗਾ। ਬਾਹਰ ਦਿਸਦਾ ਹੀ ਉਹ ਹੈ ਜੋ ਬੰਦੇ ਦੇ ਅੰਦਰ ਹੋਵੇ, ਹੋਰ ਬਾਹਰ ਦਿਸਦਾ ਹੀ ਕੁਝ ਨਹੀਂ। ਸੰਸਾਰ ਹੈ ਹੀ ਉਸ ਤਰ੍ਹਾਂ ਦਾ ਜਿਵੇਂ ਦਾ ਬੰਦੇ ਦਾ ਆਪਣਾ ਆਪ ਹੁੰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜਲੇ ਹੈ। ਪਾਣੀ ਵਿੱਚ ਵੇਖਿਆ, ਇਸ਼ਨਾਨ ਕੀਤਾ ਹੈ, ਤੂੰ ਤਾਜ਼ਗੀ ਦੇ ਦਿੱਤੀ ਹੈ।
इस इशनान करन वाले विच पानी बन के तू मेरे शरीर दे उत्तों बह गया, इन्ना नेड़े है। फिर कहिंदे थले है, जमीन ते बैठ गए, थल ते बैठ गए, धरती ते बैठे, धरती नूं स्पर्श कीता, ਉਹਦੇ ਨਾਲ ਸਰੀਰ ਛੋਇਆ, ਉਹਦੇ ਨਾਲ ਹੱਥ ਲਾ ਕੇ ਵੇਖੇ, ਕਹਿੰਦੇ ਇਹਦੇ ਵਿੱਚ ਵੀ ਤੂੰ ਹੈ, ਇਹਦੇ ਵਿੱਚ ਵੀ ਤੇਰਾ ਜਲਵਾ ਹੈ। ਫਿਰ ਕਹਿੰਦੇ ਅਭੀਤ ਹੈ। ਭੀਤ ਕਹਿੰਦੇ ਨੇ ਕੰਧ ਨੂੰ, ਕੰਧ ਦੇ ਅਰਥ ਲਵਾਂਗੇ ਪਰਦਾ, ਅੱਗੇ ਐੜਾ ਲੱਗ ਗਿਆ ਨੈਗੇਟਿਵ, ਇਹਦੇ ਅਰਥ ਹੋਣਗੇ ਬਿਨਾਂ ਕੰਧ ਤੋਂ, ਬਿਨਾਂ ਭੇਤ ਤੋਂ, ਜਿਨ੍ਹਾਂ ਦੇ ਨਾਲ ਤੇਰੀ ਦੋਸਤੀ ਪੈ ਜਾਏ, ਜਿਨ੍ਹਾਂ ਨਾਲ ਤੂੰ ਮਿੱਤਰਤਾ ਪਾ ਲੈਣਾ, ਉਹਨਾਂ ਤੋਂ ਕੋਈ ਪਰਦਾ ਨਹੀਂ ਰੱਖਦਾ, ਉਹਨਾਂ ਨੂੰ ਪਰਦੇ ਚੁੱਕ ਕੇ ਆਪਣੇ ਨੇੜੇ ਲੈ ਆਉਣਾ, ਉਹਨਾਂ ਦੇ ਅੱਗੇ ਤੂੰ ਕੁਝ ਲੁਕਾਉਂਦਾ ਨਹੀਂ। ਇੱਥੇ ਅਭੀਤ ਦੇ ਅਰਥ ਨੇ ਪਰਦਾ ਨਾ ਰੱਖਣ ਵਾਲਾ, ਜਿਨ੍ਹਾਂ ਨੇ ਆਪਣਾ ਆਪਾ ਤੈਨੂੰ ਸੌਂਪ ਦਿੱਤਾ ਹੈ, ਤੇਰੇ ਕੋਲ ਜੋ ਕੁਝ ਹੈ ਤੂੰ ਪਰਦੇ ਖੋਲ ਕੇ ਉਹਨਾਂ ਦੇ ਉੱਤੇ ਲੁਟਾ ਦੇਣਾ, ਉਹਨਾਂ ਨੂੰ ਦੇ ਦੇਣਾ ਸਭ ਕੁਝ, ਤੇਰਾ ਤੁਝ ਕੋ ਸੌਂਪਦੇ। ਜਿਨ੍ਹਾਂ ਨੇ ਆਪਣਾ ਆਪ ਸੌਂਪਿਆ ਉਹਨਾਂ ਨੂੰ ਉਹਨੇ ਸਾਰਾ ਕੁਝ ਦੇ ਦਿੱਤਾ, ਪਰਦਾ ਨਹੀਂ ਰੱਖਦਾ, ਲੁਕਾਉਂਦਾ ਨਹੀਂ। ਜਿਵੇਂ ਕੋਈ ਬਾਹਰੋਂ ਆਉਂਦਾ ਨਾ, ਆਪਾਂ ਉਹਨੂੰ ਡਰਾਇੰਗ ਰੂਮ ਵਿੱਚ ਬਿਠਾਵਾਂਗੇ, ਜਿਹੜਾ ਕੋਈ ਥੋੜ੍ਹਾ ਜਿਹਾ ਓਪਰਾ ਹੈ, ਤਾਂ ਜਿਹੜਾ ਨਿੱਜੀ ਹੈ ਉਹਨੂੰ ਕਹਿੰਦਾ ਨਹੀਂ ਤੁਸੀਂ ਅੱਗੇ ਆ ਜਾਓ। ਜਿਹੜਾ ਅਖੀਰਲਾ ਕਮਰਾ ਹੈ, ਕੋਈ ਪਰਦਾ ਨਹੀਂ ਰੱਖਦਾ, ਤਾਂ ਜਿਹੜੇ ਤੇਰੇ ਨਾਲ ਬਹੁਤਾ ਪਿਆਰ ਕਰਦੇ ਉਹਨਾਂ ਅੱਗੇ ਤੂੰ ਕੋਈ ਪਰਦਾ ਨਹੀਂ ਰੱਖਦਾ, ਉਹਨਾਂ ਨੂੰ ਅਖੀਰਲੇ ਕਮਰੇ ਵਿੱਚ ਬੁਲਾਉਣਾ ਹੈ। ਕੋਠੜੀ ਮੈਂ ਕੋਠੜੇ ਮੈਂ ਕੋਠੜੀ, ਪਰਮ ਕੋਠੀ ਵਿਚਾਰ, ਇਹ ਤਿੰਨ ਚੀਜ਼ਾਂ ਨੇ। ਕੋਠੜੇ ਮੈਂ ਕੋਠੜੀ, ਪਰਮ ਕੋਠੀ, ਇਹਨਾਂ ਤੇ ਕਿਸੇ ਦਿਨ ਫਿਰ ਵਿਚਾਰ ਕਰਾਂਗੇ ਵੀ ਤਿੰਨ ਦਸ਼ਾ ਕਿਹੜੀਆਂ ਨੇ ਗੁਰਬਾਣੀ ਵਿੱਚ। परम कोठी विचार, गुर दीनी बस्त कबीर को, लेवो बस्त समार, कबीर दी संसार को, लीनी जिस मस्तक भाग। इस तरह चलता। फिर कहते अभीत हैं, जिन्हों ने तेरे नाल मुहब्बत की है, उन्हां तो कोई पर्दा तू नहीं रखता, सब कुछ दे देना। फिर कहते अपे है, अपे का अर्थ है डर तो रहत है, तेनू कोई डर नहीं, तू निर्भय है, तू किसे डर दे अधीन नहीं है। हजूर कहते प्रभु है अजू है, प्रभु, प्रभु का अर्थ है प्रभुता वाला, तेरे विच प्रभुता बड़ी है, तेरा मान सत्कार बड़ा है, तू बड़िया थावां ते माननीय है, बड़े लोग तेनू पूजते ने, बड़े लोग तेनू जानते ने। चलो अगे पिछे नहीं जानते, जो घाटा पै जाता उदों तो जानते हैं, जदों कुछ घटता उदों तो जानते हैं घट्टो घट, जदों कुछ मिलता उदों तो नहीं जानते, पर जदों कुछ जाता है उदों तो जानते हैं। इसलिए तू बड़ा माननीय है, प्रभु है, मालिक है, स्वामी है, अजू है, सारियां नूं तू जन्म देना है, पर तू खुद किसी जन्म विच नहीं आउंदा, जन्म तो रहत है। फिर कहते आदेश है, अभेस है, एक देश का गुलाम नहीं कि तू अरब वालियां दा खुदा है ते बाकियां नूं नहीं, नहीं, सारियां देशां विच तेरा निवास। कोई देश, कोई इलाका, कोई थां ऐसी नहीं जो तेरी नहीं, तू देश तो परे है, देश काल तो उच्चा है, तू केवल एक धरती का नहीं। फिर कहते अभेस है, तेरा एक कोई भेस नहीं है, तेरा एक वेश नहीं, भेस तो उच्चा है, तेरा एक कोई कपड़ा नहीं, कई वेशां विच, कई शरीरां विच तेरा निवास। अगे सतगुरु ने एक शंत उचारिया है, कहते भुजंग प्रयात छंद। भुजंग कहते ने सप नूं, सप दी एक चाल हुंदी है, भुजंग बड़ी तेजी नाल तुरदा है वो। भुजंग प्रयात, पर कहते ने या खंभा नूं तुसीं वेंदे हो, पर यात दा अर्थ यात्रा करनी।
ਇਹ ਜਿਹੜੇ ਛੰਦ ਨੇ ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ ਨੇ, ਇਹ ਬੰਦੇ ਵਿੱਚ ਪਰਮਾਤਮਾ ਦੇ ਦੇਸ਼ ਵਿੱਚ ਇਹ ਅੱਖਰ ਖੰਭ ਬਣ ਕੇ ਉਹਨੂੰ ਯਾਤਰਾ ਕਰਾਉਂਦੇ ਨੇ। ਪਰ ਯਾਤ ਪਰਲੇ ਦੇਸ਼ ਦੀ ਯਾਤਰਾ, ਪਰਲੀ ਦੁਨੀਆ ਦੀ ਯਾਤਰਾ, ਉੱਥੋਂ ਦੇ ਖੰਭ ਨੇ ਇਹ ਜਿਹੜੇ ਅੱਖਰ ਨੇ ਜਾਪ ਸਾਹਿਬ ਦੇ। ਇਹ ਖੰਭਾਂ ਵਾਂਗੂ ਜਗਿਆਸੂ ਦੀ ਸੁਰਤ ਨੂੰ ਲਾ ਕੇ ਉਡਾਰੀ ਭਰਵਾ ਦਿੰਦੇ ਨੇ। ਭੁਜੰਗ ਜਿਵੇਂ ਸੱਪ ਵਿੱਚ ਬੜੀ ਤੇਜ਼ੀ ਹੁੰਦੀ ਹੈ, ਉਸ ਦੇਸ਼ ਵਿੱਚ ਉਹੀ ਅੱਗੇ ਵੱਧਦਾ ਹੈ ਜਿਹਦੇ ਵਿੱਚ ਸੱਪ ਵਰਗੀ ਤੀਬਰਤਾ। ਉਹਦੇ ਵਿੱਚ ਇੱਕ ਗੁਣ ਲਿਆ, ਡੰਗ ਮਾਰਨ ਵਾਲਾ ਨਹੀਂ ਹੈ। ਕਿਸੇ ਵੀ ਚੀਜ਼ ਦਾ ਇੱਕ ਅੰਗੀ ਪੱਖ ਲਿਆ ਜਾਂਦਾ ਹੈ। ਜਿਵੇਂ ਕੂਕਰ ਦੀ ਉਦਾਹਰਨ ਦਿੱਤੀ ਕਿ ਕੂਕਰ ਦਾ ਇੱਕ ਅਵਗੁਣ ਲੋਭ ਵੀ ਹੈ, ਪਰ ਇੱਕ ਪਾਸੇ ਕੂਕਰ ਦਾ ਜਿਹੜਾ ਕੁੱਤੇ ਦਾ ਗੁਣ ਹੈ ਉਹ ਵਫਾਦਾਰੀ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨ ਨਿਤ, ਉੱਥੇ ਜਿਹੜਾ ਪੋਜ਼ਿਟਿਵ ਪੱਖ ਹੈ ਉਹ ਲਿਆ ਗਏ। ਇੱਥੇ ਸੱਪ ਦਾ ਜਿਹੜਾ ਉਸਾਰੂ ਪੱਖ ਹੈ ਉਹਦੇ ਵਿੱਚ ਫੁਰਤੀ ਹੈ ਬੜੀ ਤੇਜ਼ੀ ਨਾਲ। ਯਾਨੀ ਕਿ ਕਹਿ ਰਹੇ ਨੇ ਇਹ ਛੰਦ ਜਦੋਂ ਤੂੰ ਪੜ੍ਹਨਾ ਹੈ ਤੇ ਸੱਪ ਦੀ ਚਾਲ ਵਰਗਾ ਹੈ, ਬੜੀ ਤੇਜ਼ੀ ਨਾਲ ਡਿੰਗਾ ਟੇਢਾ ਚੱਲਦਾ ਹੈ, ਵਿੱਚੋਂ ਦੀ ਨਿਕਲ ਜਾਂਦਾ ਹੈ, ਮੁਸ਼ਕਲਾਂ ਨੂੰ ਪਾਰ ਕਰ ਜਾਂਦਾ ਹੈ, ਵਿੱਚੋਂ ਦੀ ਨਿਕਲ ਜਾਂਦੀ ਸੁਰਤ। ਜਿਵੇਂ ਸੱਪ ਹੱਥ ਨਾਲ ਦੱਬਿਆਂ ਨਹੀਂ ਫੜਿਆ ਜਾਂਦਾ, ਇਸ ਤਰ੍ਹਾਂ ਜਿਹੜਾ ਮਨੁੱਖ ਸੁਰਤ ਲਾ ਕੇ ਜਾਪ ਸਾਹਿਬ ਨੂੰ ਪੜ੍ਹੇਗਾ ਉਹਦੀ ਸੁਰਤ ਵਿਘਣਾ ਵਿੱਚੋਂ ਨਿਕਲ ਜਾਏਗੀ, ਪਾਰ ਚਲੀ ਜਾਏਗੀ, ਵਿੱਚੋਂ ਦੀ ਹੋ ਕੇ ਅੱਗੇ ਚਲੀ ਜਾਏਗੀ। ਇਹਦਾ ਗੁਣ ਸਿਰਫ ਇਸ਼ਾਰਾ ਕੀਤਾ ਗਿਆ ਹੈ। ਸਤਿਗੁਰੂ ਅੱਗੇ ਗੁਣ ਕਹਿੰਦੇ ਕਹਿੰਦੇ ਅਗਾਧੇ ਆਬਾਦੇ। ਅਗਾਧ ਹੈ, ਤੈਨੂੰ ਦਾਗਿਆ ਨਹੀਂ ਜਾ ਸਕਦਾ, ਤੇਰੇ ਤੇ ਨਿਸ਼ਾਨਾ ਨਹੀਂ ਲਾਇਆ ਜਾ ਸਕਦਾ। ਅਗਾਧ ਹੈ, ਆਬਾਦ, ਤੈਨੂੰ ਬੰਨਿਆ ਵੀ ਨਹੀਂ ਜਾ ਸਕਦਾ, ਤੂੰ ਬੰਧਨ ਵਿੱਚ ਨਹੀਂ ਆਉਂਦਾ, ਬੰਧਨ ਤੋਂ ਰਹਿਤ ਹੈ। ਆਬਾਦ ਹੈ, ਕੋਈ ਤੈਨੂੰ ਬੰਧ ਨਹੀਂ ਸਕਿਆ। ਫਿਰ ਕਹਿੰਦੇ ਆਨੰਦੀ ਸਰੂਪੇ, ਤੇਰਾ ਸਵਰੂਪ ਕਿਵੇਂ ਦਾ, ਤੇਰੀ ਤਸਵੀਰ ਕਿਵੇਂ ਦੀ, ਤੇਰੀ ਫੋਟੋ ਕਿੱਦਾਂ ਦੀ ਹੈ, ਕਿਵੇਂ ਦਾ ਸਰੂਪ ਹੈ। ਪੰਜ ਤੱਤਾਂ ਦਾ ਸਰੀਰ ਨਹੀਂ ਹੈ, ਪਰ ਤੇਰਾ ਸਵਰੂਪ, ਤੇਰੀ ਫੋਟੋ ਆਨੰਦ ਹੈ, ਖੁਸ਼ੀ ਹੈ, ਚਾਉ ਹੈ। ਕਿਸੇ ਬੰਦੇ ਵਿੱਚ ਤੂੰ ਪ੍ਰਗਟ ਹੋ ਗਿਆ, ਕੀ ਨਿਸ਼ਾਨੀ ਹੈ? ਉਹਦੇ ਵਿੱਚ ਆਨੰਦ ਤੋਂ ਬਿਨਾਂ ਕੁਝ ਹੈ ਹੀ ਨਹੀਂ। ਸਾਰਾ ਜੀਵਨ ਆਨੰਦ ਨਾਲ ਭਰਿਆ ਹੋਇਆ ਹੈ, ਖੁਸ਼ੀ ਨਾਲ, ਚਾਉ ਨਾਲ। ਇਹ ਤੇਰੀ ਤਸਵੀਰ ਹੈ। ਫਿਰ ਸਤਿਗੁਰੂ ਨਮਸਕਾਰ ਕਰਦੇ ਹੋਏ ਕਹਿੰਦੇ ਨਮੋ ਸਰਬ ਮਾਨੇ। ਸਾਰਿਆਂ ਥਾਵਾਂ ਤੇ ਤੈਨੂੰ ਮੰਨਿਆ ਜਾਂਦਾ ਹੈ, ਨਮਸਕਾਰ ਹੈ ਤੈਨੂੰ ਕਿ ਤੂੰ ਮਾਨ ਰੂਪ ਹੈ, ਸਾਰੇ ਤੈਨੂੰ ਮਾਣ ਦਿੰਦੇ ਹਨ। ਕਹਿੰਦੇ ਸਮਸਤੀ ਨਿਧਾਨੇ, ਸਾਰਿਆਂ ਖਜ਼ਾਨਿਆਂ ਦਾ ਤੂੰ ਮਾਲਕ ਹੈ। ਲੋਕ ਪਰਲੋਕ ਦੀਆਂ ਖੁਸ਼ੀਆਂ, ਲੋਕ ਪਰਲੋਕ ਦੇ ਖਜ਼ਾਨੇ ਤੇਰੀ ਝੋਲੀ ਵਿੱਚ ਹਨ, ਤੇਰੇ ਕੋਲ ਹਨ। ਸਭ ਕਹਿੰਦੇ ਨਮਸਤਵੰਗ ਨਿਰਨਾਥੇ। ਨਾਥ ਕਹਿੰਦੇ ਨੇ ਮਾਲਕ ਨੂੰ, ਤੈਨੂੰ ਨਮਸਕਾਰ ਹੈ ਕਿ ਤੇਰਾ ਕੋਈ ਨਾਥ ਨਹੀਂ, ਭਾਵ ਤੈਨੂੰ ਨੱਥਣ ਵਾਲਾ ਕੋਈ ਨਹੀਂ, ਤੈਨੂੰ ਨੱਥ ਪਾਉਣ ਵਾਲਾ ਕੋਈ ਨਹੀਂ, ਤੈਨੂੰ ਗੁਲਾਮ ਕਰਨ ਵਾਲਾ ਕੋਈ ਨਹੀਂ ਹੈ। ਨਿਰਨਾਥੇ ਦਾ ਮਤਲਬ ਨੱਥ ਤੋਂ ਰਹਿਤ, ਪ੍ਰਭਾਵ ਤੋਂ ਬਿਨਾਂ। ਫਿਰ ਕਹਿੰਦੇ ਨਮਸਤਵੰਗ ਪਰਮਾਥੇ। ਪਰਮਾਥੇ ਦਾ ਅਰਥ ਹੈ ਮੰਥਨ ਕਰਨਾ, ਪਰਮੰਥਨ। ਦੂਜੇ ਦਾ ਤੂੰ ਮੰਥਨ ਕਰ ਲੈਣਾ, ਦੂਜੇ ਨੂੰ ਵੇਖ ਲੈਣਾ, ਦੂਜੇ ਦੀ ਵਿਚਾਰ ਕਰ ਲੈਣਾ, ਇਸ ਕਰਕੇ ਤੂੰ ਪਰਮਾਥੇ ਹੈ। ਅਖੀਰ ਤੇ ਬਚਨ ਕੀਤੇ ਕਹਿੰਦੇ ਨਮਸਤਵੰਗ ਆਗੰਜੇ। ਤੈਨੂੰ ਕੋਈ ਤੋੜ ਨਹੀਂ ਸਕਦਾ, ਤੈਨੂੰ ਕੋਈ ਭੰਨ ਨਹੀਂ ਸਕਦਾ। ਨਮਸਤਵੰਗ ਅਭੰਜੇ। ਅੱਜ ਤੱਕ ਤੇਰੀ ਆਗਿਆ ਨੂੰ ਕੋਈ ਤੋੜ ਨਹੀਂ ਸਕਿਆ। ਇੰਨਾ ਮਹਾਨ ਤੂੰ ਸ਼ਕਤੀਸ਼ਾਲੀ ਹੈ। ਕਲਗੀਧਰ ਪਾਤਸ਼ਾਹ ਇਹਨਾਂ ਸ਼ਬਦਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰ ਰਹੇ ਨੇ। ਆਓ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਸਾਵਧਾਨ ਹੋ ਕੇ ਬੈਠ ਕੇ ਆਪ ਜੀ ਨੇ ਜਪਣਾ। ਵਾਹਿਗੁਰੂ 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 ਵਾਹਿਗੁਰੂ।